बहुत देर पहला सोशल मीडिया ਤੇ ਇੱਕ ਮੁਹਿੰਮ ਲਗਾਤਾਰ ਚੱਲਦੀ ਪਈ ਸੀ ਨੋਟਾਂ ਤੇ ਫੋਟੋ ਕਿੰਦੀ ਹੋਵੇ। ਹੁਣ ਇਸ ਤੇ ਸਿਆਸਤ ਵੀ ਗਰਮਾ ਗਈ ਹੈ। ਅਰਵਿੰਦ ਕੇਜਰੀਵਾਲ ਨੂੰ ਇੱਕ ਆਈਡੀਆ ਆਇਆ, ਇਹ ਆਈਡੀਆ ਕਿੱਥੋਂ ਆਇਆ ਮੈਨੂੰ ਨਹੀਂ ਪਤਾਗਾ। ਉਹਨਾਂ ਦਾ ਆਈਡੀਆ ਇਹ ਹੈ ਕਿ ਭਗਵਾਨ ਸ਼੍ਰੀ ਗਣੇਸ਼ ਤੇ ਲక్ష్ਮੀ ਜੀ ਦੀ ਫੋਟੋ ਨੋਟਾਂ ਤੇ ਗਾਂਧੀ ਜੀ ਦੀ ਫੋਟੋ ਦੇ ਨਾਲ ਹੋਣੀ ਚਾਹੀਦੀ। ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਮੈਨੂੰ ਨਹੀਂ ਪਤਾ ਇਹ ਕਿਉਂ ਉਹਨਾਂ ਦਾ ਆਈਡੀਆ ਹੈ। ਇਹ ਨਾ ਕਹਿੰਦੇ ਅਰਥ ਵਿਵਸਥਾ ਉਹਨੂੰ ਹੁਲਾਰਾ ਮਿਲ ਸਕਦਾ ਹੈ। ਹਾਲਾਂਕਿ ਹੋਰ ਵੀ ਕਦਮ ਚੱਕਣ ਦੀ ਜ਼ਰੂਰਤ ਹੈਗੀ ਹੈ। ਜੇ ਤੁਸੀਂ ਪੂਰੀ ਪ੍ਰੈਸ ਕਾਨਫਰੰਸ ਸੁਣੋ ਤਾਂ ਪਰ ਜਿਹੜਾ ਉਹਨਾਂ ਨੇ ਇਹ ਜ਼ੋਰ ਦਿੱਤਾ ਹੈਗਾ ਇਸ ਤੇ ਸਿਆਸਤ ਭੜਕੀ ਹੋਈ ਹੈ। ਇੱਕੋ ਸਵਾਲ ਪੁੱਛਾਂਗੇ ਵੋਟਾਂ ਲਈ ਕੇਜਰੀਵਾਲ ਦੀ ਨੋਟ ਭਗਤੀ। भारतीय करेंसी के ऊपर एक तरफ गांधी जी की तस्वीर है, वो वैसे ही रहनी चाहिए, लेकिन दूसरी तरफ श्री गणेश जी की और श्री लक्ष्मी जी की तस्वीर भारतीय करेंसी के ऊपर लगाई जाए। बयान सुन लिए पहला। केंद्र सरकार से प्रधानमंत्री जी से अपील है, भारतीय करेंसी के ऊपर एक तरफ गांधी जी की तस्वीर है, वो वैसे ही रहनी चाहिए, लेकिन दूसरी तरफ श्री गणेश जी की और श्री लक्ष्मी जी की तस्वीर भारतीय करेंसी के ऊपर लगाई जाए। जो थोड़े दिन पहले प्रेस कॉन्फ्रेंस करके कह रहे थे कि अगर गलती से आपने दिवाली मना लिया तो आपको जेल में डाला जाएगा, आज वो अचानक लक्ष्मी जी और गणेश जी के विषय में बोलते हुए पाए जा रहे हैं। दिवाली लक्ष्मी जी और गणेश जी का पर्व है और दिवाली मनाने पर जेल में डालने की धमकी देने वाला व्यक्ति आज किस प्रकार का यू टर्न ले रहे हैं। ਵੱਡਾ ਸਵਾਲ ਤੁਹਾਡੇ ਸਾਹਮਣੇ। ਵੱਡਾ ਸਵਾਲ ਅਸੀਂ ਇਹ ਪੁੱਛਣ ਜਾ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਦੇ ਕਰੰਸੀ ਆਈਡੀਆ ਤੇ ਸਿਆਸੀ ਕਲੇਸ਼ ਕਿਉਂ ਪਿਆ। ਇਸ ਸਵਾਲ ਤੇ ਬਹਿਸ ਜਿਹੜਾ ਪੈਨਲ ਸਾਡੇ ਨਾਲ ਉਹਨਾਂ ਨੂੰ ਤਾਰਫ ਕਰਾਉਣੇ, ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਇਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਮਿਸਟਰ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਲੋਕੇਸ਼ ਨਾਗ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਹੇ ਹੈ। ਲੋਕੇਸ਼ ਨਾਗ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਦੇ ਬੁਲਾ ਰਹੇ ਹੈ। ਮਿਸਟਰ ਖੜਿਆਲ ਤੁਹਾਡਾ ਬਹੁਤ ਸਵਾਗਤ ਹੈ। ਕਮਲਜੀਤ CPI-ML ਦੇ ਸਪੋਕਸਪਰਸਨ ਹੈ। ਕਮਲਜੀਤ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਇਬਾਬ ਸਿੰਘ ਗਰੇਵਾਲ, ਮੈਂ ਸ਼੍ਰੀ ਗਣੇਸ਼ ਤੇ ਸ਼੍ਰੀ ਲక్ష్ਮੀ ਜੀ ਵਾਲਾ ਸਵਾਲ ਤਾਂ ਬਾਅਦ ਪੁੱਛੂੰਗਾ। ਮੈਨੂੰ ਸਰ ਭਗਤ ਸਿੰਘ ਦੀ ਫੋਟੋ ਲੱਗਣੀ ਚਾਹੀਦੀ ਕਰੰਸੀ ਤੇ ਜਾਂ ਨਹੀਂ? बिल्कुल लगनी चाहिए जी, बिल्कुल लगनी चाहिए बट डिमांड शुरू कर दो आज तो ही ਗਰੇਵਾਲ ਸਾਹਿਬ। ਅਸੀਂ केपी जी ਅਸੀਂ ਤਾਂ ਬਹੁਤ ਦੇਰ ਤੋਂ ਡਿਮਾਂਡ ਕਰ ਰਹੇ ਹਾਂ, ਹੁਣ ਤੋਂ ਨਹੀਂ ਬੜੇ ਸਾਲਾਂ ਤੋਂ ਅਸੀਂ ਡਿਮਾਂਡ ਕਰ ਰਹੇ ਹਾਂ। ਬਟ ਆ ਜਿਹੜਾ ਹੈਗਾ ਅੱਜ ਕੇਜਰੀਵਾਲ ਸਾਹਿਬ ਦੀ ਜਿਹੜੀ ਪੀਸੀ ਹੋਈ ਹੈ, ਇਹਨੂੰ ਇੱਕ ਧਾਰਮਿਕ ਤੇ ਵੋਟ ਵਾਲੇ ਕੰਟੈਕਸਟ 'ਚ ਨਾ ਦੇਖਿਆ ਜਾਵੇ। ਜਿਹੜੇ ਕੰਟੈਕਸਟ ਅਸੀਂ ਇਹਨੂੰ ਦੇਖਦੇ ਹਾਂ ਕਿ ਉਹਨਾਂ ਨੇ ਜੋ ਗੱਲਾਂ ਕਹੀਆਂ ਕਿ ਦੇਖੋ ਇੰਨੇ ਸਾਲ ਹੋ ਗਏ, ਆਪਾਂ ਹਲੇ ਵੀ ਡਿਵੈਲਪਿੰਗ ਦਾ ਟੈਗ ਹੀ ਲਾਉਂਦੇ ਹਾਂ। ਅੱਜ ਵੀ ਜਿਹੜੀ ਗਲੋਬਲ ਹੰਗਰ ਇੰਡੈਕਸ ਹੈ ਉਹਦੇ 'ਚ ਆਪਾਂ ਪਾਕਿਸਤਾਨ, ਬੰਗਲਾਦੇਸ਼ ਤੇ ਨੇਪਾਲ ਤੋਂ ਪਿੱਛੇ ਚਲੇ ਗਏ ਤੇ ਦੇਸ਼ ਦੀ ਮੈਜੋਰਟੀ ਜਨਤਾ ਗਰੀਬ ਹੈ। ਤੇ ਜਿਸ ਤਰ੍ਹਾਂ ਅੱਜ ਆਪਾਂ ਦੇਖਦੇ ਹਾਂ ਜੋ ਇਕਨੋਮੀ ਦਾ ਹਾਲ ਹੈ, ਜੋ ਇਨਫਲੇਸ਼ਨ ਦਾ ਹਾਲ ਹੈ, ਜੋ ਗਰੋਥ ਖੜੀ ਹੋਈ ਹੈ, ਜਿਸ ਤਰ੍ਹਾਂ ਦੇ ਫਿਊਲਸ ਦੀਆਂ ਪ੍ਰਾਈਸਿਸ ਨੇ, ਤੇ ਉਹ ਇਕਨੋਮੀ ਕਿਤੇ ਵਧੀਆ ਜਾਂਦੀ ਲੱਗਦੀ ਨਹੀਂ। ਸੋ ਕੇਜਰੀਵਾਲ ਸਾਹਿਬ ਨੇ ਜੋ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹਦੇ ਲਈ ਇਨਫਰਾਸਟ੍ਰਕਚਰ ਸਕੂਲਸ ਬਣਾਉਣੇ ਜ਼ਰੂਰੀ ਹੈ। ਗਣੇਸ਼ ਜੀ ਸਾਇੰਟੀਫਿਕ ਟੈਂਪਰਮੈਂਟ ਦਾ ਪ੍ਰਤੀਕ ਨੇ ਤੇ ਸਾਇੰਟੀਫਿਕ ਟੈਂਪਰਮੈਂਟ ਤੇ ਕੀ ਕਹਿੰਦੇ ਰੱਬ ਤੁਹਾਡਾ ਭਲਾ ਕਰੇ, ਕੀ ਕਹਿੰਦੇ ਐਜੂਕੇਸ਼ਨ ਨਾਲ ਹੀ ਦੇਸ਼ ਦੀ ਤਰੱਕੀ ਹੋਏਗੀ ਜਦੋਂ ਅਸੀਂ ਇਨਫਰਾਸਟ੍ਰਕਚਰ ਤੇ ਬਿਜ਼ਨਸ ਵਧਾਵਾਂਗੇ। ਨੰਬਰ 1। ਨੰਬਰ 2, ਇਹਨੂੰ ਧਰਮ ਨਾਲ ਕਿਉਂ ਨਹੀਂ ਜੋੜ ਕੇ ਦੇਖਣਾ ਚਾਹੀਦਾ, ਕਿਉਂਕਿ ਇਹਨੇ ਸਪੈਸੀਫਿਕਲੀ ਇੰਡੋਨੇਸ਼ੀਆ ਦਾ ਐਗਜ਼ਾਮਪਲ ਦਿੱਤਾ ਕਿ ਜਿਹੜੀ ਕੰਟਰੀ 85% ਮੁਸਲਮਾਨ ਹੋਵੇ, ਜੇ ਉਹ ਇਸਤੇਮਾਲ ਕਰ ਸਕਦੀ ਹੈ ਤਾਂ ਵਾਈ ਨਾਟ। ਸੋ ਮੋਰ ਇੰਪੋਰਟੈਂਟਲੀ ਤੁਸੀਂ ਅੱਜ ਇਹਨੂੰ ਇਹ ਦੇਖੋ ਕਿ ਹੀ ਇਜ਼ ਪ੍ਰੇਇੰਗ ਫॉर ਡਿਵਾਈਨ ਇੰਟਰਵੈਂਸ਼ਨ ਕਿ ਆਪਣੀ ਇਕਨੋਮੀ ਸੁਧਰ ਜਾਵੇ, ਕਿਉਂਕਿ ਜੋ ਹਾਲਾਤ ਬੀਜੇਪੀ ਨੇ ਪੈਦਾ ਕਰਤੇ ਹੈ ਉਹ ਕਿਤੇ ਨਜ਼ਰ ਨਹੀਂ ਆ ਰਹੇ। ਹੁਣ ਬੀਜੇਪੀ ਦਾ ਮੈਂ ਸੰਬਿਤ ਪਾਤਰਾ ਜੀ ਦਾ ਬਿਆਨ ਨਹੀਂ ਸੁਣ ਪਾਇਆ, ਪਰ ਬੀਜੇਪੀ ਦਾ ਆਬਜੈਕਸ਼ਨ ਇਹ ਨਹੀਂ ਸਮਝ ਆਉਂਦਾ ਕਿ ਤੁਸੀਂ ਹਰ ਦੂਜੀ ਥਾਂ ਤੇ ਤੁਸੀਂ ਧਰਮ ਨੂੰ ਤੇ ਤੁਸੀਂ ਗੋਡਸ ਨੂੰ ਤੁਸੀਂ ਕਿਸੇ ਨਾ ਕਿਸੇ ਕੋਆਪਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਤੇ ਜਦੋਂ ਤੁਸੀਂ ਕਾਪੀਰਾਈਟ ਦਾ ਲਿਆ ਨਹੀਂ ਹੋਇਆ ਤੇ ਜਦੋਂ ਕੋਈ ਹੋਰ ਕਹਿੰਦਾ ਕਿ ਤੁਸੀਂ ਫੇਲ ਹੋ ਰਹੇ ਹੋ, ਹੁਣ ਅਸੀਂ ਵੀ ਡਿਵਾਈਨ ਇੰਟਰਵੈਂਸ਼ਨ ਲਈ ਪ੍ਰੇ ਕਰਦੇ ਹਾਂ। ਗਰੇਵਾਲ ਸਾਹਿਬ ਤੁਸੀਂ ਐਡਮਿਟ ਕਰ ਲਓ ਸਿੱਧੇ ਤੌਰ ਤੇ ਕਿ ਬੀਜੇਪੀ ਦੀ ਜਿਹੜੀ ਪੋਲਿਟਿਕਸ ਹੈ, ਆਮ ਆਦਮੀ ਪਾਰਟੀ ਉਸ ਪੋਲਿਟਿਕਸ ਦੇ ਪਿੱਛੇ ਜਾ ਰਹੀ ਹੈ। ਤੁਸੀਂ ਐਡਮਿਟ ਕਰ ਲਓ ਸਿੱਧੇ ਤੌਰ ਤੇ। ਨਹੀਂ ਬੀਜੇਪੀ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਕਾਊਂਟਰ ਕੋਈ ਨਹੀਂ ਕਰ ਪਾ ਰਿਹਾ। ਮੇਨ ਆਪੋਜੀਸ਼ਨ ਫੇਲ ਹੋਈ ਹੈ ਤੇ ਬੀਜੇਪੀ ਦੀ ਪੋਲਿਟਿਕਸ ਨੂੰ ਕਾਊਂਟਰ ਕਰਨ ਵਾਲਾ ਆਮ ਆਦਮੀ ਪਾਰਟੀ ਜਾ ਰਹੀ ਹੈ। ਤੇ ਅਸੀਂ ਇਹ ਕਹਿ ਰਹੇ ਹਾਂ ਕਿ ਅਸੀਂ ਲੋਕਾਂ ਨੂੰ ਧਰਮ ਤੇ ਲੜਾਉਣ ਦੀ ਬਜਾਏ ਕਾਊਂਟਰ ਕਰ ਰਹੇ ਹੋ ਜਾਂ ਉਹਨਾਂ ਦੀ ਗ੍ਰਿਪ ਵਿੱਚ ਬੈਠ ਕੇ ਪੋਲਿਟਿਕਸ ਕਰਦੇ ਪਏ ਹੋ, ਇਹਨੂੰ ਕਾਊਂਟਰ ਕਹਿੰਦੇ ਆ ਸਰ? ਨਹੀਂ ਇਹਨੂੰ ਟੋਟਲ ਕਾਊਂਟਰ ਕਹਿੰਦੇ ਆ ਸਰ। ਕਿਉਂ ਇਹ ਵੀ ਦੱਸ ਨਾ ਟੋਟਲ ਕਾਊਂਟਰ ਕਿਉਂ ਕਹਿੰਦੇ ਆ? ਕਿਉਂਕਿ ਬੀਜੇਪੀ ਜਿਹੜੀ ਇੱਕ ਤਰ੍ਹਾਂ ਦੀ ਰਾਜਨੀਤੀ ਕਰਦੀ ਹੈ ਤੇ ਇਹ ਬਾਕੀ ਸਭ ਤੇ ਰੈਬਿਡਲੀ ਇਹ ਦੂਜਿਆਂ ਦੇ ਦਿਵਾਲੇ ਹੋ ਜਾਂਦੇ ਕਿ ਤੁਸੀਂ ਆਹ ਕਿਹਾ ਜੀ, ਤੁਸੀਂ ਫਲਾਣਾ ਕਿਹਾ। ਅਸੀਂ ਤਾਂ ਸਵਾਲ ਪੁੱਛਿਆ, ਅਸੀਂ ਸਭ ਧਰਮਾਂ ਨੂੰ ਬਰਾਬਰ ਮੰਨਦੇ। ਅਸੀਂ ਸਵਾਲ ਪੁੱਛਿਆ ਕਿ ਜੇ ਇਹੋ ਜਿਹੀ ਗੱਲ ਆ ਤੁਸੀਂ ਫੇਲੀਅਰ ਹੋ ਹੀ ਗਏ ਹੋ ਤੇ ਹੁਣ ਤੁਸੀਂ ਜੇ ਫੇਲ ਹੋਣ ਤੋਂ ਬਾਅਦ ਇਹ ਮੰਨ ਨਹੀਂ ਲੈਂਦੇ ਹੋ ਕਿ ਹੁਣ ਡਿਵਾਈਨ ਇੰਟਰਵੈਂਸ਼ਨ ਦੀ ਲੋੜ ਹੈ ਤੇ ਤੁਹਾਨੂੰ ਇਤਰਾਜ਼ ਕੀ ਹੈ?
ਇਤਰਾਜ਼ ਦੱਸੋ ਕੀ ਹੈ। ਅਸੀਂ ਇਹਨਾਂ ਦਾ ਵਿਰੋਧ ਕਰ ਰਹੇ ਹਾਂ ਸਰ, ਐਂਡ ਮੇਨ ਆਪੋਜੀਸ਼ਨ ਨਹੀਂ ਕਰ ਪਾ ਰਹੀ, ਤਾਂ ਅਸੀਂ ਹੋਰ ਤਾਕਤਵਰ ਹੋ ਕੇ ਹਰ ਵਾਰੀ ਵਿਰੋਧ ਕਰ ਰਹੇ, ਕਿਉਂਕਿ ਇਹਨਾਂ ਨੂੰ ਰੋਕਣਾ ਜ਼ਰੂਰੀ ਹੈ। ਗੁਜਰਾਤ ਵਿੱਚ ਗਾਂਧੀ ਵਾਲਾ ਕਾਰਡ ਚੱਲਦਾ ਨਹੀਂ ਪਿਆ, ਇਸ ਲਈ ਹੁਣ ਗਣੇਸ਼ ਜੀ ਤੇ ਲక్ష్ਮੀ ਜੀ ਦੀ ਗੱਲ ਕਰਨੀ ਪੈ ਰਹੀ ਹੈ। ਨਹੀਂ, ਬੜੀ ਅਫਸੋਸ ਦੀ ਗੱਲ ਹੈ ਕਿ ਗਾਂਧੀ ਜੀ ਦੇ ਪ੍ਰਦੇਸ਼ 'ਚ ਇਹਨਾਂ ਨੇ ਗਾਂਧੀ ਜੀ ਨੂੰ ਖਤਮ ਹੀ ਕਰਤਾ ਪਿਛਲੇ ਇੰਨੇ ਸਾਲਾਂ 'ਚ। ਆਲਮੋਸਟ ਕੁਆਟਰ ਸੈਂਚਰੀ ਤੋਂ ਇਹਨਾਂ ਨੇ ਗਾਂਧੀ ਜੀ ਵਾਲਾ ਤਾਂ ਕੁਝ ਛੱਡਿਆ ਹੀ ਨਹੀਂ ਗੁਜਰਾਤ ਸਰ। ਗਾਂਧੀ ਜੀ ਵਾਲਾ ਤਾਂ ਅਸੀਂ ਇਨਵੋਕ ਕਰ ਰਹੇ ਹਾਂ। ਅਸੀਂ ਤਾਂ ਸਿਰਫ ਇੱਕ ਗੱਲ ਕਹਿ ਰਹੇ ਕਿ ਜੋ ਬੁਰੇ ਹਾਲਾਤ ਨੇ, ਜੋ ਨਜ਼ਰ ਆਉਂਦੇ ਆ, ਉਹ ਬੁਰੇ ਹਾਲਾਤਾਂ ਤੋਂ ਨਿਜਾਤ ਪਾਉਣਾ, ਕਿ ਚਲੋ ਇਫ ਨਥਿੰਗ ਐਲਸ ਦੈਨ ਡਿਵਾਈਨ ਇੰਟਰਵੈਂਸ਼ਨ ਹੀ ਸਹੀ, ਪਰ ਇਹਨਾਂ ਦਾ ਇਤਰਾਜ਼ ਤੇ ਇਹਨਾਂ ਦੇ ਆਬਜੈਕਸ਼ਨ ਸਮਝ ਨਹੀਂ ਆ ਰਹੇ। ਗਰੇਵਾਲ ਸਾਹਿਬ, ਮੈਨੂੰ ਇੱਕ ਚੀਜ਼ ਸਮਝਾ ਦਿਓ ਸਰ, ਮਿਸਟਰ ਮਹਾਤਮਾ ਗਾਂਧੀ ਨੂੰ ਤੇ ਸਰਦਾਰ ਭਗਤ ਸਿੰਘ ਨੂੰ ਇਕੱਠੇ ਲੈ ਕੇ ਚੱਲਿਆ ਜਾ ਸਕਦਾ ਸਰ? ਸਰ ਮੈਂ ਇੱਕ ਗੱਲ ਦੱਸਾਂ, ਬਿਲਕੁਲ ਲੈ ਕੇ ਚੱਲਿਆ ਜਾ ਸਕਦਾ। ਕਾਰਨ ਕੀ ਹੈ? ਦੇਖੋ, ਕਾਰਨ ਇਹ ਹੈ ਕਿ ਹਾਂ, ਹਾਲਾਂਕਿ ਦੋਵਾਂ ਦੀ ਆਈਡੀਓਲੋਜੀਜ਼ ਬਿਲਕੁਲ ਅੱਡ-ਅੱਡ ਸੀਗੀਆਂ, ਬਟ ਦੋਵਾਂ ਦਾ ਜਿਹੜਾ ਬੇਸਿਕ ਪ੍ਰਮਾਈਸ ਸੀ ਕਿ ਸਵਰਾਜ ਹੋਵੇ, ਸੈਕੂਲਰਿਜ਼ਮ ਹੋਵੇ, ਬੇਸਿਕ ਪ੍ਰਮਾਈਸ ਸੀ ਸਵਰਾਜ ਹੋਵੇ, ਸੈਕੂਲਰਿਜ਼ਮ ਹੋਵੇ ਤੇ ਸਮਾਜ ਥੱਲਿਓਂ ਲੈ ਕੇ ਉੱਤੇ ਤੱਕ ਵਧੇ। ਇਹ ਪ੍ਰਮਾਈਸ ਉਹਨਾਂ ਦੇ ਸਾਂਝੇ ਨੇ, ਜਿੱਥੇ ਉਹਨਾਂ ਦੇ ਡਿਫਰੈਂਸਸ ਨੇ ਉਹਨਾਂ ਨੂੰ ਰਿਕਨਸਾਈਲ ਕੀਤਾ ਜਾ ਸਕਦਾ। ਚਲੋ ਗਰੇਵਾਲ ਸਾਹਿਬ, ਇੱਕ ਸਿੱਧਾ ਸਵਾਲ ਕਰਦਾ ਸਰ, ਗੁਜਰਾਤ ਵਿੱਚ ਅਨਾਉਂਸਮੈਂਟ ਕਰ ਦਿਓ ਜਿਵੇਂ ਪੰਜਾਬ ਵਿੱਚ ਕੀਤੀ ਸੀਗੀ, ਬਾਬਾ ਸਾਹਿਬ ਅੰਬੇਡਕਰ, ਭਗਤ ਸਿੰਘ, ਇਹਨਾਂ ਦੀਆਂ ਤਸਵੀਰਾਂ ਲੱਗਣਗੀਆਂ ਦਫ਼ਤਰਾਂ ਵਿੱਚ, ਭਗਤ ਸਿੰਘ ਦੀ ਫੋਟੋ ਲੱਗੂਗੀ ਗੁਜਰਾਤ ਵਿੱਚ? ਸਰ ਡਿਕਲੇਅਰਡ ਹੈ, ਜਦੋਂ ਅਸੀਂ ਇੱਕ ਸਟੇਟ 'ਚ ਕਰਤਾ, ਦਿੱਲੀ 'ਚ ਕਰਤਾ, ਡਿਕਲੇਅਰਡ ਹੈ। ਜਿੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਇਹ ਤਾਂ ਸਾਡੇ ਆਈਡਲਸ ਹੈਗੇ ਨੇ ਜੀ, ਇਹ ਤਾਂ ਕਹਿਣ ਦੀ ਲੋੜ ਨਹੀਂ। ਦਿਸ ਇਜ਼ ਅੰਡਰਸਟੂਡ, ਇਹ ਅੰਡਰਸਟੂਡ ਆ ਕੀਤੀ ਜੀ। ਕਮਾਲ ਕਰਤੀ। ਲੋਕੇਸ਼ ਨਾਰੰਗ, ਤੁਸੀਂ ਕਹਿ ਰਹੇ ਹੋ ਕਿ ਦੇਵੀ ਦੇਵਤਾ ਦਾ ਅਪਮਾਨ ਕਰ ਰਹੇ ਇਹ, ਜੇ ਤੁਸੀਂ ਕਹੋ ਤਾਂ ਉਹ ਸਨਮਾਨ ਹੈ, ਇਹ ਕਹਿਣ ਤਾਂ ਅਪਮਾਨ ਹੈ। देखो केपी जी, ऐसा है कि आप सब जानते हैं कि जो नौटंकी ਅੱਜ ਦੇ ਟਾਈਮ ਦਾ ਸਭ ਤੋਂ ਮਸ਼ਹੂਰ ਨੌਟੰਕੀਵਾਜ ਕੇਜਰੀਵਾਲ ਜੀ ਕਰ ਰਹੇ ਨੇ, ਉਹ ਸਿਰਫ ਗੁਜਰਾਤ ਇਲੈਕਸ਼ਨ ਦੇ ਨੂੰ ਦੇਖ ਕੇ ਕਰ ਰਹੇ ਨੇ। ਦੇਖੋ, ਪਹਿਲਾਂ ਇਹਨਾਂ ਨੇ ਦਿੱਲੀ ਵਾਲਾ ਮਾਡਲ ਵੇਚਿਆ ਪੰਜਾਬ ਦੇ ਵਿੱਚ ਆ ਕੇ, ਹੁਣ ਇਹਨਾਂ ਦਾ ਦਿੱਲੀ ਵਾਲਾ ਮਾਡਲ ਫੇਲ ਹੋ ਗਿਆ, ਕਿਉਂਕਿ ਉੱਥੇ ਇਹਨਾਂ ਨੇ ਗਰੀਬ ਆਦਮੀ ਦਾ ਪੈਸਾ ਲੁੱਟ ਕੇ ਲਿਕਰ ਮਾਫੀਆ ਉੱਥੇ ਹਾਵੀ ਹੋ ਗਿਆ, ਔਰ ਗਰੀਬ ਆਦਮੀ ਦਾ ਇਹਨਾਂ ਨੇ ਪੈਸਾ ਲੁੱਟਿਆ, ਉਹਦੇ 'ਚ ਇਹਨਾਂ ਦੇ ਸਿਸੋਦੀਆ ਜੀ ਔਰ ਕੇਜਰੀਵਾਲ ਸਾਹਿਬ ਦੋਨੋਂ ਬਰਾਬਰ ਦੇ ਜ਼ਿੰਮੇਵਾਰ ਨੇ। ਲੋਕੇਸ਼ ਨਾਰੰਗ ਸਾਹਿਬ, ਦਿੱਲੀ ਦੀ GDP ਦੇਖੋ, ਦਿੱਲੀ ਦੀ ਪਰ ਕੈਪੀਟਲ ਇਨਕਮ ਦੇਖੋ। ਲੋਕੇਸ਼ ਨਾਰੰਗ, ਮੈਂ ਫੈਕਟਸ ਤੇ ਗੱਲ ਕਰਦਾ, ਲੋਕੇਸ਼ ਨਾਰੰਗ ਸਾਹਿਬ ਮੈਂ ਫੈਕਟਸ ਤੇ ਗੱਲ ਕਰਦਾ ਹਮੇਸ਼ਾ, ਪਲੀਜ਼ ਬੋਲੋ। ਮੇਰੀ ਗੱਲ ਕੰਪਲੀਟ ਕਰ ਲੈਂਦੇ ਮੈਂ ਤੁਹਾਡੀ ਗੱਲ ਤੇ ਜਵਾਬ। ਫਿਰ ਇਹਨਾਂ ਨੇ ਦੇਖਿਆ ਕਿ ਹੁਣ ਇਹ ਦਿੱਲੀ ਵਾਲਾ ਮਾਡਲ ਤਾਂ ਫੇਲ ਹੋ ਗਿਆ, ਫਿਰ ਇਹ ਹਰ ਜਗ੍ਹਾ ਜਾ ਕੇ ਸਿੱਖਿਆ ਔਰ ਸਿਹਤ ਹਸਪਤਾਲ ਇਹ ਨੌਟੰਕੀ ਕਰਦੇ ਰਹੇ, ਉਹ ਵੀ ਮਾਡਲ ਇਹਨਾਂ ਦਾ ਫੇਲ ਹੋ ਗਿਆ। ਹੁਣ ਕਿਉਂਕਿ ਗੁਜਰਾਤ ਇਲੈਕਸ਼ਨ 'ਚ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਰਿਹਾ, ਤਾਂ ਇਹਨਾਂ ਨੇ ਧਰਮ ਦਾ ਮੁੱਦਾ ਲੈ ਲਿਆ। ਦੇਖੋ, ਥੋੜੇ ਦਿਨ ਪਹਿਲਾਂ ਕੇਜਰੀਵਾਲ ਸਾਹਿਬ ਜੀ ਨੇ ਦਿੱਲੀ ਦੀ ਜਨਤਾ ਨੂੰ ਇਹ ਕਹਿ ਕੇ ਧਮਕਾਇਆ ਸੀ ਕਿ ਜੇ ਤੁਸੀਂ ਗਲਤੀ ਦੇ ਨਾਲ ਦੀਵਾਲੀ ਮਨਾਓਗੇ ਤਾਂ ਤੁਹਾਨੂੰ ਅਸੀਂ ਜੇਲ੍ਹ 'ਚ ਕਰ ਦਿਆਂਗੇ। ਔਰ ਉਸ ਤੋਂ ਪਹਿਲਾਂ ਜੇ ਆਪਾਂ ਇਹਨਾਂ ਦੇ ਟਵਿੱਟਰ ਤੇ ਟਵੀਟ ਦੇਖ ਲਈਏ ਕਿ ਇਹਨਾਂ ਦਾ ਟਵਿੱਟਰ ਤੇ ਇੱਕ ਟਵੀਟ ਡੋਮੇਨ ਦੇ ਵਿੱਚ ਆ ਕਿ ਜਿੱਥੇ ਇਹਨਾਂ ਨੇ ਕਿਹਾ ਸੀਗਾ ਕਿ ਸਵਾਸਤਿਕ ਜਿਹੜਾ ਦੀਵਾਲੀ ਪੂਜਾ ਦਾ ਸਿੰਬਲ ਆ, ਉਹਨੂੰ ਅਸੀਂ ਝਾੜੂ ਮਾਰ ਕੇ ਸਾਫ਼ ਕਰ ਦਿਆਂਗੇ। तो ये दोहरी मैंटेलिटी के लोग, नौटंकीबाज लोग, ये सिर्फ एनार्की क्रिएट करना चाहते हैं। देखो, जिहड़ी गल्लां नाल ये आए सीगे, हम स्वराज लाएंगे, दिल्ली च अजे तक लोकपाल ते लैके नहीं आए, कि जिहड़ी गल्लां दे नाल ये आए सी, वो किते ना किते मॉडल फेल हो गया। पर क्योंकि दुकानदारी चलानी आ, कुछ ना कुछ सनसनी फैलाई रखनी आ, तो इस करके यू टर्न लैके केजरीवाल साहब ये गल्लां कर रहे ने, लोकां दा ध्यान भटका के इन्हां नूं गुजरात दे विच अपना आईना दिख जाऊगा कि लोग इन्हां नूं किन्ना क पसंद करते हैं। इन्हां नूं कि अपने आप दे विच फोबिया हो गया कि मैं जो जाके कहूंगा उत्थे वो चीज बिक ही जानी है। ठीक है। हाँ मिस्टर गरेवाल, 10 सेकंड सर। नौटंकी ਹੁੰਦੀ ਹੈ ਆਡੀਅנס ਤੇ ਮੂਰੇ, ਕੈਮਰਾ ਦੇ ਮੂਰੇ ਤੇ ਸਾਰਾ ਟਾਈਮ। ਹਰ ਇੱਕ ਕੌਣ ਇੱਕ ਹਰ ਇੱਕ ਚੀਜ਼ ਨੂੰ ਇਵੈਂਟ ਬਣਾਉਂਦਾ, ਇੱਕ ਟ੍ਰੇਨ ਦੇ ਕਰਨ ਨੂੰ, ਇੱਕ ਪੁਲ ਖੋਲਣ ਨੂੰ ਕੌਣ ਬਣਾਉਂਦਾ ਇਵੈਂਟ, ਉਹ ਸਾਨੂੰ ਕਹਿਣ ਦੀ ਲੋੜ ਨਹੀਂ, ਸਾਰਾ ਦੇਸ਼ ਦੇਖਦਾ। ਪਹਿਲੀ ਗੱਲ। ਦੂਜੀ ਗੱਲ, ਧਰਮ ਦੀ ਰਾਜਨੀਤੀ ਕਿਵੇਂ ਹੁੰਦੀ ਹੈ, ਕਿਸ ਤਰ੍ਹਾਂ ਇੱਕ ਰੇਪਿਸਟ 11 ਰੇਪਿਸਟ ਨੂੰ ਛੱਡ ਕੇ, ਇੱਕ ਬੱਚੀ ਦੇ ਬਲਾਤਕਾਰੀਆਂ ਨੂੰ ਛੱਡ ਕੇ ਉਹਦੇ ਹਾਰ ਪਾ ਜਾਂਦੇ, ਕਿਸ ਤਰ੍ਹਾਂ ਇੱਕ ਧਰਮ ਵਿੱਚ ਗਰੇਵਾਲ ਸਾਹਿਬ ਪਠਾਨ ਮਾਜਰਾ ਤੇ ਵੀ ਕੋਈ ਬਿਆਨ ਦੇ ਦਿਓ, ਉਹਦਾ ਕੰਡਕਟ ਵੀ ਤੁਹਾਡੇ ਵਿਧਾਇਕ ਦਾ ਐਸਾ ਹੀ ਆ ਸਰ। ਸੁਣ ਤਾਂ ਲਓ, ਉਹਦੇ ਤੇ ਵੀ ਕੋਈ ਬਿਆਨ ਦੇ ਦਈਏ। ਲੋਕੇਸ਼ ਨਾਰੰਗ ਸਾਹਿਬ, ਇਹ ਬਿਆਨ ਵੀ ਇੱਥੇ ਦਿੱਤੇ ਜਾ ਰਹੇ, ਗੁਜਰਾਤ ਵਿੱਚ ਨਹੀਂ ਬਿਆਨ ਆ ਰਹੇ, ਇਹ ਵੀ ਬਿਆਨ ਇੱਥੇ ਦਿੱਤੇ ਜਾ ਰਹੇ ਆ। ਸੁਣ ਲਓ ਹੁਣ ਲੋਕੇਸ਼ ਨਾਰੰਗ ਸਾਹਿਬ, ਸੁਣ ਲਓ ਕਿਸ ਤਰ੍ਹਾਂ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਨੂੰ ਬੰਨ ਕੇ ਪੋਲ ਨਾਲ ਕੁੱਟਿਆ ਜਾਂਦਾ ਤੇ ਕਿਸ ਤਰ੍ਹਾਂ ਫੋਟੋਆਂ ਲਾਈਆਂ ਜਾਂਦੀਆਂ। ਚਲੋ ਗਰੇਵਾਲ ਸਾਹਿਬ, ਤੁਹਾਡਾ ਕਮੈਂਟ ਆ ਗਿਆ। ਗਰੇਵਾਲ ਸਾਹਿਬ, ਮੇਰਾ ਸਵਾਲ ਹੈ, ਲੋ ਗਰੇਵਾਲ ਸਾਹਿਬ, ਤੁਸੀਂ ਵਾਰ-ਵਾਰ ਕਹਿ ਰਹੇ ਹੋ ਇਹਨੂੰ ਧਰਮ ਦੇ ਚਸ਼ਮੇ ਨਾਲ ਦੇਖਿਆ ਜਾਵੇ, ਇਹੀ ਕਹਿ ਰਹੇ ਹੋ ਨਾ? ਇਹੀ ਕਹਿ ਰਹੇ ਹੋ ਨਾ ਜੀ? ਨਰੇਸ਼ ਬਾਲੀਅਨ ਤੁਹਾਡੇ ਹੈ, ਤੁਹਾਡੇ MLA ਨਰੇਸ਼ ਬਾਲੀਅਨ जी। नरेश बाली ने एक ट्वीट कर दिया, ध्यान नाल सुनियो। वो कहते अगर बीजेपी नेताओं को भगवान श्री गणेश लक्ष्मी जी से तकलीफ नहीं है और ये सच्चे हिंदू हैं तो खुलकर लिखें जय श्री गणेश जय लक्ष्मी माता। नहीं लिखा तो समझ जाना मित्रों कि ये हिंदू विरोधी हैं। सर, हिंदू पॉलिटिक्स कौन करता पे? मैं करता पे या बीजेपी करती है या तुसी करदे हो? नरेश बाली कौन है सर?
ਸਰ ਨਰੇਸ਼ ਬਾਲਿਆਨ ਬਿਲਕੁਲ ਸਾਡੇ ਨੇਤਾ ਨੇ ਐਂਡ ਅਸੀਂ ਵੀ ਆਰ ਕਾਰਨਰਿੰਗ them ਐਟ देयर ਓਨ ਗੇਮ। ਇਹਨਾਂ ਦੀ ਗੇਮ ਹੈ, ਇਹ ਗੇਮ ਕਰਦੇ ਆ ਕਿ ਆਪਣੇ ਆਪ ਨੂੰ ਜਦੋਂ ਵੀ ਜੀ ਕਰਦਾ ਉਦੋਂ ਧਰਮ ਨੂੰ ਕੋਆਪਟ ਕਰਦੇ ਆ। ਕੋਆਪਟ ਕਰਨ ਤੋਂ ਬਾਅਦ ਸਭ ਨੂੰ ਕਹਿੰਦੇ ਤੁਸੀਂ ਹਿੰਦੂ ਵਿਰੋਧੀ। ਅਸੀਂ ਤਾਂ ਵੀ ਆਰ ਪਲੇਇੰਗ ਦ ਗੇਮ ਬਾਈ देयर ਰੂਲਸ। ਅਸੀਂ ਇਹਨਾਂ ਦੀ ਸ਼ਰਤਾਂ ਤੇ ਨਹੀਂ ਖੇਲ ਰਹੇ, ਤਾਂ ਹੀ ਇਹਨਾਂ ਨੂੰ ਇਤਰਾਜ਼ ਹੋ ਰਿਹਾ। ਇਹਨਾਂ ਨੂੰ ਜੇ ਰੋਕਣਾ ਹੈ ਤਾਂ ਇਹਨਾਂ ਨੂੰ ਰੋਕਣਾ ਪੈਣਾ ਜਿਸ ਤਰ੍ਹਾਂ ਦੀ ਗੇਮ ਇਹ ਖੇਡਦੇ ਨੇ। ਤੇ ਲੋਕਾਂ ਨੂੰ ਬਣਾ ਕੇ ਇਹੀ ਹੈ ਵੀ ਜੋ ਇਹ ਖੇਡਦੇ ਪਏ ਆ ਤੁਸੀਂ ਉਵੇਂ ਹੀ ਖੇਡਣੀ ਆ, ਤਾਂ ਹੀ ਇਹਨੂੰ ਰੋਕ ਪਾਓਗੇ। ਕਹਾਣੀ ਇਹ ਹੈ। ਇੱਕ ਛੋਟਾ ਬ੍ਰੇਕ ਲਊਗਾ, ਬ੍ਰੇਕ ਤੋਂ ਵਾਪਸ ਆਊਂਗਾ ਜਦੋਂ ਕੋਈ ਸਪੋਰਟਸ ਪਰਸਨ ਹੁੰਦਾ ਉਹਨੂੰ ਪਤਾ ਹੈ ਸਪੋਰਟਸ ਦੀ ਸਟ੍ਰੈਟਜੀ ਕੀ ਹੁੰਦੀ ਹੈ। ਜਿਹੜੀ ਡੀ ਦੇ ਵਿੱਚ ਜਾ ਕੇ ਖੇਡਣਾ ਪੈਂਦਾ, ਉਸ ਡੀ ਵਿੱਚ ਜਾ ਕੇ ਡਿਫੈਂਸ ਕਰਨਾ ਪੈਂਦਾ, ਉਸੇ ਡੀ ਵਿੱਚ ਜਾ ਕੇ ਅਟੈਕ ਕਰਨਾ ਪੈਂਦਾ। ਕੇਜਰੀਵਾਲ ਦੀ ਕਿਤੇ ਇਹ ਪੋਲਿਟਿਕਸ ਤਾਂ ਨਹੀਂ। ਜੇ ਇਹ पॉलिटिक्स है तो ये पॉलिटिक्स बड़ी चंगी है या नहीं, सवाल यही है। वापस आ रहे हैं। भारतीय करेंसी के ऊपर एक तरफ गांधी जी की तस्वीर है, वो वैसे ही रहनी चाहिए, लेकिन दूसरी तरफ श्री गणेश जी की और श्री लक्ष्मी जी की तस्वीर भारतीय करेंसी के ऊपर लगाई जाए। एक बार फिर ਤੁਹਾਡਾ ਸਵਾਗਤ। ਵੱਡਾ ਸਵਾਲ ਤੁਹਾਡੇ ਸਾਹਮਣੇ ਹੈ। ਵੱਡਾ ਸਵਾਲ ਹੈ ਅਰਵਿੰਦ ਕੇਜਰੀਵਾਲ ਦੇ ਕਰੰਸੀ ਆਈਡੀ ਤੇ ਸਿਆਸੀ ਕਲੇਸ਼ ਕਿਉਂ ਪਿਆ। ਕਮਲ ਜੀ ਇੱਕ ਮਿੰਟ ਮੈਂ ਆ ਰਿਹਾ, ਕਾਂਗਰਸ ਦਾ ਮੈਂ ਟੇਕ ਲੈ ਲਵਾਂ। ਖੜਿਆਲ ਸਾਹਿਬ, ਤੁਹਾਡੇ ਲੀਡਰ ਤਾਂ ਸਿੱਧੇ ਕਹੀ ਜਾਂਦੇ ਆ ਕੇਜਰੀਵਾਲ ਦੀ ਫੋਟੋ ਲਾ ਦਿਓ ਨਾਲ। जी केपी जी देखो, आम आदमी पार्टी इत्थे इस स्तर तक पहुंच चुकी है कि रिलीजन ਨੂੰ ਵੀ ਧਰਮ ਨੂੰ ਵੀ ਇਹਨਾਂ ਨੇ ਪੋਲਿਟਿਸਾਈਜ਼ ਕਰਨਾ ਸ਼ੁਰੂ ਕਰਤਾ ਵੋਟਸ ਦੀ ਖਾਤਰ ਕਰਕੇ। ਪਹਿਲਾਂ ਤਾਂ ਇਹ ਸਮਝ ਲਿਆ ਜਾਵੇ ਕਿ ਇਹ ਪੋਲਿਟਿਕਲੀ ਮੋਟੀਵੇਟਡ ਸਟੇਟਮੈਂਟ ਹੈ। ਟਾਈਮਿੰਗ ਇੱਥੇ ਕੀ ਹੈ, ਇੱਥੇ ਸਿਗਨੀਫੀਕੈਂਟ ਹੈ, ਜ਼ਰੂਰੀ ਹੈ। ਜਦੋਂ ਗੁਜਰਾਤ ਇਲੈਕਸ਼ਨ ਆਏ, ਹਿਮਾਚਲ ਇਲੈਕਸ਼ਨ ਆਏ, ਇਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕਰਤਾ। ਅੱਜ ਤੋਂ 8 ਸਾਲ ਪਹਿਲਾਂ ਜਮਾ ਚੁੱਪ ਸੀਗੇ, ਨਾ ਜ਼ਿਕਰ ਹੋਇਆ, ਨਾ ਕੋਈ ਗੱਲ ਹੋਈ, ਨਾ ਹੀ ਪਾਰਲੀਮੈਂਟ ਦੇ ਵਿੱਚ ਕਿਸੇ ਐਮਪੀ ਨੇ ਇਹਦਾ ਪ੍ਰਸਤਾਵ ਰੱਖਿਆ। ਹੁਣ ਨੰਬਰ 2, ਪਹਿਲਾਂ ਤਾਂ ਇਹ ਕਰੰਸੀ ਨੋਟਸ ਜਿਹੜੇ ਹੈ ਇਹ ਸਮਝ ਲਿਆ ਜਾਵੇ ਕਿ ਜੇ ਤੇ ਫੋਟੋ ਹੋਊਗੀ ਗॉड्स ਦੀ ਤੇ ਉਹਦੇ ਨਾਲ ਹੋਊਗਾ ਕੀ। ਦੇਖੋ ਜਦੋਂ ਆਪਾਂ ਕਰੰਸੀ ਨੋਟਸ ਨੂੰ ਹੱਥ ਲਾਉਣੇ ਆ, ਕਦੇ ਆਪਣੇ ਹੱਥ ਗੰਦੇ ਹੁੰਦੇ ਆ, ਕਦੇ ਆਪਾਂ ਥੁੱਕ ਨਾਲ ਨੋਟਸ ਨੂੰ ਗਿਣਦੇ ਆ, ਉਹ ਤੋਂ ਬਾਅਦ ਆਪਾਂ ਉਹਨਾਂ ਨੂੰ ਆਪਣੀ ਜੇਬ ਦੇ ਵਿੱਚ ਰੱਖਦੇ ਆ। ਤੇ ਕੀ ਇਹ ਠੀਕ ਹੋਊਗਾ ਕਿ ਉਹਨਾਂ ਦੀ ਫੋਟੋ ਨੋਟਾਂ ਤੇ ਲੱਗੇ ਨੰਬਰ 1? ਇਹ ਉਹਨਾਂ ਦੀ ਹਿਊਮਿਲੀਏਸ਼ਨ ਨਹੀਂ ਹੈ, ਇਹ ਉਹਨਾਂ ਨੂੰ ਇਨਸਲਟ ਕਰਨਾ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਸ ਗੱਲ ਲਈ। ਤੇ ਨੰਬਰ 2, CAIT ਨੇ ਵੀ ਇਹਦਾ ਵਿਰੋਧ ਕੀਤਾ ਹੈ। ਤੇ ਨੰਬਰ 3, ਇਹਨਾਂ ਦੇ ਰਜਿੰਦਰਪਾਲ ਗੌਤਮ ਸਾਹਿਬ, ਉਹ ਕਹਿੰਦੇ ਬ੍ਰਹਮਾ, ਵਿਸ਼ਨੂੰ ਤੇ ਗਣੇਸ਼ ਜੀ, ਉਹਨਾਂ 'ਚ ਇਹਨਾਂ ਦੇ ਮਿਨਿਸਟਰ ਹੈ ਸਾਹਿਬ, ਕਹਿੰਦੇ ਸਾਨੂੰ ਕੋਈ ਫੇਥ ਨਹੀਂ ਉਹਨਾਂ 'ਚ, ਅਸੀਂ ਉਹਨਾਂ ਦੀ ਪੂਜਾ ਵੀ ਨਹੀਂ ਕਰਾਂਗੇ, ਅਸੀਂ ਉਹਨਾਂ ਨੂੰ ਵਰਸ਼ਿਪ ਵੀ ਨਹੀਂ ਕਰਾਂਗੇ। ਤੇ ਇਹਨਾਂ ਦੇ ਗੋਪਾਲ ਇਟਾਲੀਆ ਸਾਹਿਬ, ਉਹ ਕਹਿੰਦੇ ਕ੍ਰਿਸ਼ਨ ਜੀ ਡੈਮਨ ਨੇ, ਡੈਮਨ ਕੀ ਇੱਕ ਈਵਲ ਨੇ, ਇਹਨਾਂ ਦੇ ਲੀਡਰਸ ਕਹਿੰਦੇ ਆ। ਤੇ ਆਮ ਆਦਮੀ ਪਾਰਟੀ ਨੇ ਕੀਤਾ ਕੀ ਉਹਨਾਂ ਦਾ? ਕੀ ਕੀਤਾ ਗਰੇਵਾਲ ਸਾਹਿਬ? ਅੱਜ ਤੱਕ ਐਕਸ਼ਨ ਕਿਉਂ ਨਹੀਂ ਲਿਆ? ਤੇ ਜਦੋਂ ਇਹ ਜਾਂ ਬਿਆਨ ਦਿੰਦੇ ਹੋ ਕਿ ਵਾਅਦਾ ਕਰਦੇ ਹੋ ਇੱਥੇ ਇਹ ਡਿਬੇਟ ਦੇ ਵਿੱਚ ਕਹਿੰਦੇ ਹੋ ਉਹਨਾਂ ਦੇ ਖਿਲਾਫ ਐਕਸ਼ਨ ਹੋਊਗਾ। ਤੇ ਨੰਬਰ 3, ਆਮ ਆਦਮੀ ਪਾਰਟੀ ਇਹ ਦੱਸੇ ਇਹਨੂੰ ਕਿਵੇਂ ਪ੍ਰਪੋਜ਼ ਕਰਦੇ ਹੋ ਕਰੋਗੇ ਤੁਸੀਂ ਕਹਿੰਦੇ ਹੋ ਵੀ ਦੇਖੋ ਜੇ ਤਾਂ ਇਹ ਤੁਸੀਂ ਕਹਿੰਦੇ ਵੀ ਹੋਣਾ ਚਾਹੀਦਾ ਹੈ ਤਾਂ ਆਬਵੀਅਸ ਜੀ ਗੱਲ ਹੈ ਇੱਕ ਸਮਾਨਤਾ ਹੋਵੇ, ਸਾਰੇ ਨੋਟਸ ਇੱਕੋ ਵਰਗੇ ਹੋਣ, ਤੇ ਕਿਵੇਂ ਇਹਨੂੰ ਇੰਪਲੀਮੈਂਟ ਕਰੋਗੇ? ਤੁਹਾਨੂੰ ਲੱਗਦਾ ਹੈ ਬੀਜੇਪੀ ਤੁਸੀਂ ਕਹੋਗੇ ਪ੍ਰਪੋਜ਼ਲ ਦੋਗੇ ਪ੍ਰੈਸ ਕਾਨਫਰੰਸ ਕਰਕੇ ਗੁਜਰਾਤ ਹਿਮਾਚਲ ਤੋਂ ਪਹਿਲਾਂ ਬੀਜੇਪੀ ਕਰ ਦੂ, ਤੇ ਦੂਜਾ ਕਰੂਗੀ ਕਿਵੇਂ? ਤੁਸੀਂ ਚਾਹੁੰਦੇ ਹੋ ਡੀਮੋਨੇਟਾਈਜੇਸ਼ਨ ਹੋਵੇ? ਜਿਹੜੀ ਡੀਮੋਨੇਟਾਈਜੇਸ਼ਨ ਉਹਨਾਂ ਨੇ ਆਈਡੀਆ ਦੱਸਿਆ ਨੇ ਖੜਿਆਲ ਸਾਹਿਬ, ਤੁਸੀਂ ਪੂਰੀ ਪ੍ਰੈਸ ਕਾਨਫਰੰਸ ਸੁਣੀ ਨਹੀਂਗੀ। ਉਹਨਾਂ ਦਾ ਆਈਡੀਆ ਇਹ ਹੈ, ਉਹਨਾਂ ਦੇ ਆਈਡੀਆ ਇਹ ਸੁਣ ਤਾਂ ਲਓ ਨਾ ਖੜਿਆਲ ਸਾਹਿਬ, ਸੁਣ ਲਓ। ਉਹਨਾਂ ਦਾ ਆਈਡੀਆ ਇਹ ਹੈ ਕਿ ਜਿਹੜੀ ਨਵੀਂ ਕਰੰਸੀ ਆਊਗੀ ਉਹਦੇ ਵਿੱਚ ਇਹ ਫੋਟੋਆਂ ਲੱਗਣ, ਪੁਰਾਣੀ ਕਰੰਸੀ ਉਵੇਂ ਚੱਲਦੀ ਜਾਵੇ, ਹੌਲੀ ਹੌਲੀ ਰਿਪਲੇਸ ਹੁੰਦੀ ਰਹੂਗੀ। ਹੁਣ ਮੈਂ ਤੁਹਾਨੂੰ ਦੱਸਦਾ ਕੇਪੀ ਜੀ, ਪ੍ਰੈਸ ਕਾਨਫਰੰਸ ਮੈਂ ਇੱਕ ਵੀ ਐਸਾ ਕੋਈ ਪੁਆਇੰਟ ਨਹੀਂ ਹੋਊਗਾ ਜੋ ਮੈਂ ਛੱਡਤਾ ਹੋਵੇ। ਗੱਲ ਇਹ ਹੈ ਨਾ ਕਿ ਜੇ ਕੁਛ ਨੋਟਾਂ ਦੇ ਫੋਟੋ ਹੋਵੇ, ਕੁਛ ਨੋਟਾਂ ਦੇ ਫੋਟੋ ਨਾ ਹੋਵੇ, ਇਹ ਤਾਂ ਇਨਇਕੁਆਲਿਟੀ ਹੋ ਜਾਊਗੀ। ਇਹਦੇ ਨਾਲ ਤਾਂ ਬੇਸਿਕਲੀ ਇਨਇਕੁਆਲਿਟੀ ਨੂੰ ਪ੍ਰਮੋਟ ਕੀਤਾ ਜਾਊਗਾ। ਇਹ ਪੋਸੀਬਲ ਹੈ ਵੀ ਕੋਈ ਨੋਟ ਵੱਖਰੇ ਹੋਣ, ਕੋਈ ਨੋਟ ਵੱਖਰੇ ਹੋਣ, ਜਾਂ ਤਾਂ ਇੱਕ ਸਮਾਨ ਹੋਣਗੇ ਨੋਟ ਜਾਂ ਉਵੇਂ ਨਹੀਂ ਹੋਣਗੇ। ਸੋ ਇਹ ਅੰਡਰਸਟੂਡ ਗੱਲ ਹੈ। ਆਮ ਆਦਮੀ ਪਾਰਟੀ ਦੱਸੇ ਵੀ ਇਹ ਫੀਜ਼ੀਬਲ ਕਿਵੇਂ। ਤੇ ਦੂਜੀ ਗੱਲ ਜਿਹੜੇ ਮੈਂ ਇਹਨਾਂ ਨੂੰ ਸਵਾਲ ਪੁੱਛੇ ਹੈ ਵੀ ਕੀ ਇਹ ਇਨਸਲਟ ਨਹੀਂ ਹੈ, ਕੀ ਇਹ ਹਿਊਮਿਲੀਏਟ ਨਹੀਂ ਕਰਨਾ, ਤੇ ਧਰਮ ਦੀ ਆਪਣਾ ਪੋਲਿਟਿਸਾਈਜੇਸ਼ਨ ਨਹੀਂ ਹੈ, ਤੇ ਆਪਣੇ ਲੀਡਰ ਬਾਰੇ ਕੀ ਕਹਿਣਾ ਆਮ ਆਦਮੀ ਪਾਰਟੀ ਦਾ, ਇਹਨਾਂ ਨੇ ਪਹਿਲਾਂ ਠੀਕ ਹੈ। ਕਮਲਜੀਤ, ਤੁਸੀਂ ਤਾਂ ਇਕਨੋਮਿਕਸ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦੇ ਹੋ। ਫੋਟੋਆਂ ਲੱਗਣ ਅਰਥ ਵਿਵਸਥਾ ਸੁਧਰ ਜਾਂਦੀ ਹੈ ਸਰ? ਫੋਟੋਆਂ ਲੱਗਣ ਨਾਲ ਦੇ ਨਾਲ ਕੁਝ ਵੀ ਸੁਧਰਨਾ ਨਹੀਂ ਹੈ। ਨੋਟਾਂ ਬਾਰੇ ਜੇ ਕੋਈ ਅੱਜ ਦੇ ਡੇਟ 'ਚ ਸਵਾਲ ਹੈ ਤਾਂ ਉਹ ਸਵਾਲ ਕੇਵਲ ਇਹ ਹੈ ਵੀ ਉਹ ਨੋਟ ਕਿਹਦੇ ਹੱਥ ਦੇ ਵਿੱਚ ਨੇ। ਨੋਟਾਂ ਬਾਰੇ ਜੇ ਸਵਾਲ ਹੈ ਕਿ ਇਹ
ਉਹਨਾਂ ਦੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕੀਮਤ ਕੀ ਹੈ ਸਾਡੇ ਰੁਪਈਏ ਦੀ। ਨੋਟਾਂ ਬਾਰੇ ਜੇ ਕੋਈ ਸਵਾਲ ਹੈ ਤਾਂ ਉਹ ਇਹ ਹੈ ਕਿ ਲੋਕਾਂ ਦੀ ਜੇਬ ਦੇ ਵਿੱਚ ਕਿੰਨੇ ਨੋਟ ਜਾ ਰਹੇ ਨੇ, ਇਹ ਕੁਐਸਚਨ ਨੇ ਨੋਟਾਂ ਬਾਰੇ ਜਿਨ੍ਹਾਂ ਨੂੰ ਐਡਰੈਸ ਨਹੀਂ ਕੀਤਾ ਜਾ ਰਿਹਾ, ਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਰਲ ਕੇ ਗੇਮ ਖੇਡ ਰਹੇ ਨੇ। ਦਾ ਡਾਟਾ 82.76 ਪੈਸੇ ਆ ਭਾਰਤੀ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ। ਬਿਲਕੁਲ ਬਿਲਕੁਲ, ਮੈਂ ਇਹ ਕਹਿਣਾ ਚਾਹ ਰਿਹਾ ਕਿ ਜੋ ਬੀਜੇਪੀ ਤੇ ਆਮ ਆਦਮੀ ਪਾਰਟੀ ਕਰ ਰਹੇ ਨੇ ਬਿਲਕੁਲ ਰਲ ਕੇ, ਉਹਨਾਂ ਨੇ ਸਹੀ ਕਿਹਾ ਗਰੇਵਾਲ ਸਾਹਿਬ ਨੇ ਵੀ ਗੇਮ ਹੈ ਤੇ ਉਹਦੇ ਕੋਈ ਨਿਯਮ ਨੇ, ਉਹ ਬੀਜੇਪੀ ਸੈੱਟ ਕਰਦੀ ਹੈ ਤੇ ਆਮ ਆਦਮੀ ਉਹਨੂੰ ਕਾਰਨਰ ਕਰਦੀ ਹੈ। ਸੋ ਗੇਮ ਖੇਡੀ ਜਾ ਰਹੀ ਹੈ। ਤਾਂ ਮੈਨੂੰ ਲੱਗਦਾ ਕਿ ਗੇਮ ਖੇਡਣੀ ਬੰਦ ਹੋਣੀ ਚਾਹੀਦੀ ਹੈ, ਰਾਜਨੀਤੀ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ, ਧਰਮ ਦਾ ਪੱਲਾ ਛੱਡਣਾ ਚਾਹੀਦਾ। ਰਾਜਨੀਤੀ ਤੇ ਧਰਮ ਦਾ ਜਦੋਂ ਤੱਕ ਇਹਨੂੰ ਇਕੱਠਾ ਕਰਕੇ ਚੱਲਦੇ ਰਹਿਣਗੇ, ਲੋਕ ਮਾਰੇ ਜਾਂਦੇ ਰਹਿਣਗੇ, ਉਹਨਾਂ ਦੇ ਮੁੱਦੇ ਹਟਦੇ ਰਹਿਣਗੇ ਵਿੱਚੋਂ, ਤੇ ਰਾਜਨੀਤੀ ਜਿਹੜੀ ਹੈ ਕੁਝ ਲੋਕਾਂ ਦੀ ਗੇਮ ਬਣ ਕੇ ਰਹਿ ਜਾਏਗੀ। ਤੇ ਮੈਨੂੰ ਲੱਗਦਾ ਇਹ ਗੇਮ ਨਹੀਂ ਰਹਿਣੀ ਚਾਹੀਦੀ। ਜੋ ਅਰਥ ਵਿਵਸਥਾ ਦਾ ਸਵਾਲ ਹੈ ਉਹ ਸਾਹਮਣੇ ਆਉਣਾ ਚਾਹੀਦਾ। ਅਰਥ ਵਿਵਸਥਾ ਦਾ ਸਵਾਲ ਇਹ ਹੈ ਕਿ ਨਵੀਆਂ ਨੌਕਰੀਆਂ ਨਹੀਂ ਪੈਦਾ ਹੋ ਰਹੀਆਂ। ਅਰਥ ਵਿਵਸਥਾ ਦਾ ਸਵਾਲ ਇਹ ਹੈ ਕਿ ਮਹਿੰਗਾਈ ਲਗਾਤਾਰ ਵੱਧਦੀ ਚਲੀ ਜਾ ਰਹੀ ਹੈ। ਉਹ ਨੋਟਾਂ ਦੀ ਹਾਲਤ ਇਹ ਹੋ ਰਹੀ ਹੈ ਜਿਹਦੇ ਉੱਤੇ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਭਗਵਾਨਾਂ ਦੀਆਂ ਫੋਟੋਆਂ ਹੋਣ। ਉਹਨਾਂ ਨੋਟਾਂ ਦੀ ਹਾਲਤ ਇਹ ਹੈ ਕਿ ਉਹਨਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਜੇ ਕੋਈ ਚੱਲ ਜਾਵੇ ਨੋਟ ਲੈ ਕੇ ਤਾਂ ਉਹਨੂੰ ਇੱਕ ਵੇਲੇ ਦੀ 2 ਡੰਗ ਦੀ ਰੋਟੀ ਖਰੀਦਣੀ ਔਖੀ ਹੋ ਰਹੀ ਹੈ ਉਹਨਾਂ ਨੋਟਾਂ ਦੇ ਨਾਲ। ਇਹ ਸਵਾਲ ਨੇ, ਮੈਨੂੰ ਲੱਗਦਾ ਇਹਨਾਂ ਸਵਾਲਾਂ ਨੂੰ ਹਟਾਇਆ ਜਾ ਰਿਹਾ। ਇਹਨਾਂ ਸਵਾਲਾਂ ਦੇ ਉੱਤੇ ਗੱਲ ਨਹੀਂ ਕਰਨੀ ਚਾਹੁੰਦੇ, ਇਹਨਾਂ ਸਵਾਲਾਂ ਬਾਰੇ ਜਵਾਬ ਹੈ ਨਹੀਂਗੇ। ਜਿਹੜਾ ਗੁੱਡ ਗਵਰਨੈਂਸ ਦਾ ਆਈਡੀਆ ਕੇਜਰੀਵਾਲ ਸਾਹਿਬ ਲੈ ਕੇ ਆਏ ਸੀ, ਉਹ ਗੁੱਡ ਗਵਰਨੈਂਸ ਦੇ ਆਈਡੀਆ ਦੀ ਇੱਕ ਲਿਮਿਟ ਸੀ। ਜਦੋਂ ਤੱਕ ਲੋਕ ਅੱਕੇ ਹੋਏ ਸੀਗੇ, ਕਾਂਗਰਸ ਦੇ ਲੰਬੇ ਜਿਹੜਾ ਭ੍ਰਸ਼ਟਾਚਾਰ ਦਾ ਰਾਜ ਸੀ ਉਹਦੇ ਤੋਂ ਅੱਕੇ ਹੋਏ ਸੀ, ਉਹਦਾ ਨਤੀਜਾ ਇਹ ਸੀਗਾ ਕਿ ਲੋਕਾਂ ਨੂੰ ਗੁੱਡ ਗਵਰਨੈਂਸ ਦਾ ਆਈਡੀਆ ਬਹੁਤ ਚੰਗਾ ਲੱਗਿਆ। ਲੇਕਿਨ ਹੁਣ ਜਦੋਂ ਰੀਅਲ ਰਾਜਨੀਤੀ ਜਿਹੜੀ ਹੈ ਸਾਹਮਣੇ ਹੈ, ਜਦੋਂ ਬੀਜੇਪੀ ਇੱਕ ਪਾਸੇ ਪੂਰੀ ਫਾਸਿਸਟ ਆਈਡੀਓਲੋਜੀ ਲੈ ਕੇ ਜਿਹੜੀ ਹੈ ਦੇਸ਼ ਦੇ ਵਿੱਚ ਉਤਰ ਚੁੱਕੀ ਹੈ, ਉਸ ਵੇਲੇ ਆਮ ਆਦਮੀ ਪਾਰਟੀ ਨੂੰ ਸਮਝ ਨਹੀਂ ਆ ਰਿਹਾ, ਬੁਖਲਾ ਗਈ ਹੈ ਕਿ ਉਹਦਾ ਕਾਊਂਟਰ ਕਾਦੇ ਨਾਲ ਕਰਨਾ ਹੈ। ਸੋ ਕਾਊਂਟਰ ਉਹ ਇਸ ਤਰੀਕੇ ਨਾਲ ਕਰ ਰਹੇ ਨੇ। ਮੈਨੂੰ ਥੋੜਾ ਸਮਝਾਓ, ਉਹ ਗੇਮ ਨੂੰ ਗੇਮ ਨਾਲ ਖੇਡ ਰਹੇ ਨੇ। ਹਿੰਦੂਤਵ ਵਾਲੀ ਪੋਲਿਟਿਕਸ ਹੈਗੀ ਹੈ ਕਿ ਉਸ ਪੋਲਿਟਿਕਸ ਦੇ ਏਜੰਡੇ ਤੇ ਦੋਨੋਂ ਦੋਨੋਂ ਦੀ ਗੇਮ, ਇਸੇ ਨੂੰ ਗੇਮ ਕਹਿ ਰਿਹਾ ਮੈਂ। ਹਿੰਦੂਤਵ ਏਜੰਡਾ ਹੀ ਗੇਮ ਹੈ, ਕੋਈ ਉਸ ਨੂੰ ਸੌਫਟ ਕਵੇ, ਕੋਈ ਹਾਰਡ ਕਵੇ। ਬਲਕਿ ਕੇਜਰੀਵਾਲ ਸਾਹਿਬ ਨੇ ਤਾਂ ਬੜਾ ਸਪਸ਼ਟ ਕੀਤਾ, ਉਹ ਕਹਿੰਦੇ ਮੈਂ ਕਦੋਂ ਕਿਹਾ ਮੈਂ ਸੌਫਟ ਹਿੰਦੂਤਵ ਕਰਦਾ, ਮੈਂ ਤਾਂ ਜ਼ਿਆਦਾ ਅਸਲੀ ਹਿੰਦੂਤਵ ਤਾਂ ਕਹਿੰਦੇ ਮੈਂ ਹੀ ਕਰਦਾ। ਸੋ ਬੇਸਿਕਲੀ ਇਹ ਹਿੰਦੂਤਵ ਜਿਹੜਾ ਹੈਗਾ ਉਹ ਦੇਸ਼ ਨੂੰ ਲੈ ਡੁੱਬੇਗਾ। ਇਹ ਹੈ ਅਸਲੀ ਕੁਐਸਚਨ ਜਿਹਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਉਹਦੇ ਤੇ ਗੱਲ ਨਾ ਕਰਕੇ ਕੇਜਰੀਵਾਲ ਸਾਹਿਬ ਉਹ ਗੱਲਾਂ ਕਰ ਰਹੇ ਨੇ ਕਿ ਕਿਹੜੇ ਭਗਵਾਨ ਦੀ ਹੋਵੇ, ਫਿਰ ਕੈਲੰਡਰ ਹੀ ਛਪੂਗਾ, ਨੋਟ ਤਾਂ ਨਹੀਂ ਛਪੇਗਾ। ਕੈਲੰਡਰ ਛਪੇਗਾ, ਕਿਹੜਾ ਭਗਵਾਨ ਛੱਡੋਗੇ ਤੁਸੀਂ? 33 ਕਰੋੜ ਦੇਵੀ ਦੇਵਤੇ ਨੇ, ਉਸ ਤੋਂ ਬਾਅਦ ਸਾਡੇ ਗੁਰੂ ਸਾਹਿਬਾਨ ਨੇ, ਉਸ ਤੋਂ ਬਾਅਦ ਬਹੁਤ ਸਾਰੇ ਪੀਰ ਪੈਗੰਬਰ, ਉਹ ਸਭ ਮੌਜੂਦ ਨੇ। ਕਿਹਨੂੰ ਛੱਡੋਗੇ? ਕਿਹਨੂੰ ਬਾਹਰ ਕੱਢ ਦੋਗੇ ਦੇਸ਼ ਦੇ ਵਿੱਚੋਂ? ਮੈਨੂੰ ਲੱਗਦਾ ਕਿ ਕੈਲੰਡਰ ਛਪੇਗਾ, ਨੋਟ ਨਹੀਂ ਛਪੇਗਾ ਕਿਸੇ ਕੀਮਤ ਤੇ, ਨਾ ਇਹ ਡਿਮਾਂਡ ਆਊਗੀ ਕਦੇ। ਮੈਨੂੰ ਲੱਗਦਾ ਹੋਣੀ ਨਹੀਂ ਚਾਹੀਦੀ, ਇਹੋ ਜਿਹੀ ਡਿਮਾਂਡ ਹੋਣੀ ਨਹੀਂ ਚਾਹੀਦੀ। ਰਾਜਨੀਤੀ ਤੇ ਆਰਥਿਕਤਾ ਦੋਨਾਂ ਦੇ ਵਿੱਚੋਂ ਧਰਮ ਨੂੰ ਬਾਹਰ ਰੱਖਣਾ ਚਾਹੀਦਾ। ਲੋਕਾਂ ਦੀ ਜੇਬ 'ਚ ਪੈਸਾ ਹੋਊਗਾ ਨਾ, ਲੋਕ ਦੇਖ ਲੈਣਗੇ ਉਹਨਾਂ ਨੇ ਕਿਹੜੀ ਦੇਵੀ ਦੇਵਤਾ ਦੇ ਮੂਹਰੇ ਜਾ ਕੇ ਕਿੰਨੇ ਰੁਪਏ ਚੜਾਉਣੇ ਨੇ। ਇੱਕ ਗਰੀਬ ਆਦਮੀ ਵੀ ਜੇ 100 ਰੁਪਏ ਕਮਾ ਕੇ ਆਂਦਾ ਨਾ, ਉਹ ਵੀ ਸੋਚਦਾ ਮੈਂ 2 ਰੁਪਏ ਜਾ ਕੇ ਕਿਸੇ ਆਪਣੇ ਦੇਵੀ ਦੇਵਤਾ, ਕਿਸੇ ਭਗਵਾਨ ਈਸ਼ਵਰ ਦੇ ਸਾਹਮਣੇ ਚੜਾ ਦਵਾਂ। ਉਹਦੀ ਜੇਬ 'ਚ ਪੈਸਾ ਨਹੀਂ ਤੁਸੀਂ ਦੋਗੇ, ਨੋਟ ਦੇ ਉੱਤੇ ਫੋਟੋ ਛਾਪ ਦੋਗੇ, ਉਹ ਉਹਦੀ ਪੂਜਾ ਕਰਦਾ ਰਹੂਗਾ। ਕੀ ਕਰੋਗੇ? ਬਾਬ ਗਰੇਵਾਲ, ਚਿੱਠੀ ਵਿੱਚ ਕੀ ਲਿਖੋਗੇ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ? ਸਰ ਮੈਂ ਗੱਲਾਂ ਜਿਹੜੀਆਂ ਕਮਲਜੀਤ ਜੀ ਨੇ ਬੜੇ ਸਹੀ ਪੁਆਇੰਟ ਚੱਕੇ। ਦੇਖੋ ਅਸੀਂ ਗੱਲ ਇਹੀ ਕੀਤੀ, ਇਨਫਲੇਸ਼ਨ ਰਿਕਾਰਡ ਹਾਈ ਹੈ, ਰੁਪਏ ਦੀ ਕੀਮਤ ਸਭ ਤੋਂ ਥੱਲੇ ਹੈ, ਇਨਫਰਾਸਟ੍ਰਕਚਰ ਗਰੋਥ ਹੈ ਨਹੀਂ, ਇੰਡਸਟਰੀ ਥੱਲੇ ਬੈਠ ਰਹੀ ਹੈ। ਅਸੀਂ ਇਹੀ ਗੱਲਾਂ ਕਰ ਰਹੇ ਹਾਂ, ਪਹਿਲੀ ਗੱਲ। ਦੂਜੀ ਗੱਲ, ਅਸੀਂ ਜਿਹੜੀ ਗੱਲ ਕਰ ਰਹੇ ਕਿ ਇੰਪਾਵਰਮੈਂਟ ਕਿਵੇਂ ਹੋਊਗੀ, ਸਿੱਖਿਆ ਨਾਲ ਹੋਊਗੀ। ਐਂਡ ਸੋਸ਼ਲ ਸਿਕਿਉਰਿਟੀ ਜਿਹੜਾ ਮਾਡਲ ਨਹੀਂ ਹੈ ਸਰ, ਵੀ ਆਰ ਕਮਿਟਡ ਟੂ ਮੇਕਿੰਗ ਅ ਵੈਲਫੇਅਰ ਗਰੇਵਾਲ ਸਾਹਿਬ ਮੈਨੂੰ ਇਉਂ ਲੱਗਦਾ, ਮਾਫ ਕਰਨਾ, ਅਰਵਿੰਦ ਕੇਜਰੀਵਾਲ ਦੀ ਪੋਲਿਟਿਕਸ ਵਿੱਚ, ਇਹੋ ਜੀ ਪੋਲਿਟਿਕਸ ਵਿੱਚ ਪੰਜਾਬ ਦੀ ਲੀਡਰਸ਼ਿਪ ਫਸ ਗਈ ਹੈ, ਉਹਨੂੰ ਸਮਝ ਨਹੀਂ ਆ ਰਿਹਾ ਜਾਣਾ ਕਿੱਧਰ ਹੈ। ਮੈਂ ਇੱਕ ਗੱਲ ਕੇਪੀ ਜੀ, ਤੁਸੀਂ ਮੈਨੂੰ ਜਾਣਦੇ ਹੋ, ਤੁਹਾਨੂੰ ਪਤਾ ਹੈ ਮੈਂ ਪਰਸਨਲੀ ਮੈਂ ਕਦੇ ਆਈਡ ਨੈਵਰ ਮਿੰਸ ਮਾਈ ਵਰਡਸ। ਮੈਂ ਬੜੀ ਕਲੀਅਰਲੀ ਕਹਿ ਰਿਹਾ, we are committed to a secular India। ਕੋਈ ਹਿੰਦੂਤਵਾਦੀ ਪੋਲਿਟਿਕਸ ਨਹੀਂ। ਉਹਦੇ ਖਿਲਾਫ ਜੇ ਅੱਜ ਕੋਈ ਡਟ ਕੇ ਖੜਾ ਹੋਇਆ ਦੇਸ਼ 'ਚ, ਬਾਕੀ ਸਾਰੇ ਗੱਲਾਂ ਕਰਦੇ ਆ, ਅਸੀਂ ਡਟ ਕੇ ਖੜੇ ਆ। ਅਸੀਂ we are going toe to toe with them। ਪਰ ਅਸੀਂ ਆ ਡਿਮਾਂਡ ਤਾਂ ਰੱਖੀ ਹੈ ਤਾਂ ਕਿ ਇੱਕ ਵਾਰੀ ਪਤਾ ਤਾਂ ਲੱਗੇ ਤੁਸੀਂ ਕੁਝ ਕਰ ਨਹੀਂ ਰਹੇ ਦੇਸ਼ ਦਾ। ਤੁਸੀਂ ਸਮਝਾ ਦੋ ਨਾ ਗਰੇਵਾਲ ਸਾਹਿਬ, ਇੱਕ ਚੀਜ਼ ਦੱਸ ਦਿਓ ਨਾ, ਇੱਕ ਤੁਹਾਡਾ ਪਲਾਨ ਹੈ ਕਿ ਸਰ ਅਰਥ ਵਿਵਸਥਾ ਮਜ਼ਬੂਤ ਕਿਵੇਂ ਹੋ ਜੂਗੀ ਸਰ ਫੋਟੋ ਲੱਗਣ ਨਾਲ? ਸਰ ਨਹੀਂ, ਅਸੀਂ along with other things ਕਿ ਦੇਖੋ ਸਕੂਲ ਤੁਸੀਂ ਨਹੀਂ ਬਣਾਉਣੇ, ਇਨਫਰਾਸਟ੍ਰਕਚਰ ਤੁਸੀਂ ਨਹੀਂ ਬਿਹਤਰ ਕਰ ਰਹੇ, ਇੰਡਸਟਰੀ ਤੁਸੀਂ ਨਹੀਂ ਬਿਹਤਰ ਕਰ ਰਹੇ। ਅਸੀਂ ਤਾਂ ਸਾਰਾ ਕੁਝ ਕਿਹਾ। ਅਸੀਂ ਕਿਹਾ ਵੀ ਉਹਦੇ ਨਾਲ ਜੇ ਹੋਰ ਕੁਝ ਨਾ ਡਿਵਾਈਨ ਇੰਟਰਵੈਂਸ਼ਨ ਹੀ ਮੰਗ ਲਓ। ਐਂਡ ਦੂਜੀ ਗੱਲ ਸਰ ਮੈਂ ਜਵਾਬ ਦੇਣਾ ਚਾਹੂੰਗਾ, ਕਾਂਗਰਸ ਕਹਿੰਦੀ ਕਿ ਆਮ ਆਦਮੀ ਪਾਰਟੀ ਧਰਮ ਦੀ ਰਾਜਨੀਤੀ। ਸਰ 84 ਤੋਂ ਪਹਿਲਾਂ ਤੇ ਬੀਜੇਪੀ ਤੇ ਆਉਣ ਤੋਂ ਪਹਿਲਾਂ ਜਿੰਨੇ ਦੰਗੇ ਹੋਏ ਆ, ਉਹ ਕਾਂਗਰਸ ਦਾ ਰਿਕਾਰਡ ਦੇਖ ਲਓ। ਐਂਡ ਇਹ ਸਿਲੈਕਟਿਵ ਜਨੇਊਧਾਰੀ ਬਣ ਜਾਂਦੇ ਆ, ਜਦੋਂ ਵੀ ਇਹਨਾਂ ਨੂੰ ਲੋੜ ਹੁੰਦੀ ਹੈ ਫਿਰ ਇਹਨਾਂ ਨੂੰ ਅਪਮਾਨ ਵੀ ਚੰਗਾ ਲੱਗਦਾ। ਜਸਟ ਆਪਾਂ ਐਡੀਸ਼ਨ ਲੈ ਲਈਏ ਕਿ ਮੇਰਾ ਸਿਰਫ ਇੰਨਾ ਸਵਾਲ ਹੈ ਕਿ ਇਹ ਚੰਗੀ ਗੱਲ ਹੁੰਦੀ ਹੈ ਕਿ ਜਿਹੜੀ ਗੱਲ ਗਰੇਵਾਲ ਸਾਹਿਬ ਨੇ ਕਹੀ ਹੈ ਬਿਲਕੁਲ ਸਹੀ ਹੈ ਕਿ 84 ਤੋਂ ਪਹਿਲਾਂ ਕਾਂਗਰਸ ਕਰਦੀ ਰਹੀ ਹੈ, 84 ਤੋਂ ਬਾਅਦ ਬੀਜੇਪੀ ਆ ਗਈ ਹੈ, ਉਹ ਕਰ ਰਹੀ ਹੈ, ਹੁਣ ਆਮ ਆਦਮੀ ਪਾਰਟੀ ਉਸ ਦੇ ਨਾਲ ਗੇਮ ਰਲਾ ਰਹੀ ਹੈ। ਕੁਐਸਚਨ ਇਹ ਸਹੀ ਹੁੰਦਾ ਹੈ ਕਿ ਗਲਤ ਹੁੰਦਾ ਹੈ? ਇਹ ਗਲਤ ਹੁੰਦਾ ਹੈ। ਆਪਾਂ ਇਸ
ਨੂੰ ਕੰਡੈਮ ਕਿਉਂ ਨਹੀਂ ਕਰਦੀ? ਸਿੰਗਲ ਵੌਇਸ ਦੇ ਵਿੱਚ ਆਪਾਂ ਧਰਮ ਤੇ ਰਾਜਨੀਤੀ ਨੂੰ ਇਕੱਠਾ ਕਰਨ ਨੂੰ ਕੰਡੈਮ ਕਰੀਏ। ਆਪਾਂ ਇਹ ਗੱਲ ਸਪਸ਼ਟ ਕਰਾਂਗੇ, ਮਾਡਰਨਿਟੀ ਦੁਨੀਆ 'ਚ ਆਧੁਨਿਕਤਾ ਜਦੋਂ ਵੀ ਆਈ ਹੈ ਉਦੋਂ ਆਈ ਹੈ ਜਦੋਂ ਸਟੇਟ ਤੇ ਰਿਲੀਜਨ ਅਲੱਗ-ਅਲੱਗ ਹੋਏ ਨੇ। ਸਟੇਟ ਤੇ ਰਿਲੀਜਨ ਨੂੰ ਅਲੱਗ-ਅਲੱਗ ਕਰਨਾ ਬਹੁਤ ਜ਼ਰੂਰੀ ਹੈ। ਹਾਂ ਮਿਸਟਰ ਖੜਿਆਲ ਉਹੀ ਕੋਸ਼ਿਸ਼ ਕਰ ਰਹੇ ਹਾਂ। ਸੁਣ ਲਓ ਕਾਈਂਡਲੀ ਗਰੇਵਾਲ ਸਾਹਿਬ, ਤੁਸੀਂ ਕਹਿ ਰਹੇ ਹੋ ਕਾਂਗਰਸ ਪਾਰਟੀ 1984 ਦਾ ਜ਼ਿਕਰ ਕਰ ਰਹੇ ਹੋ। ਪਹਿਲੀ ਗੱਲ ਤਾਂ ਇਹਦਾ ਮੁੱਦਾ ਕੇਜਰੀਵਾਲ ਸਾਹਿਬ ਦਾ ਬਿਆਨ 1984 ਨਹੀਂ, ਲੇਕਿਨ ਜੇ ਜ਼ਿਕਰ ਕਰ ਹੀ ਦਿੱਤਾ ਹੈ ਤਾਂ ਇਹ ਦੱਸੋ ਵੀ ਦੋਹਰੇ ਮਾਪਦੰਡ ਤੇ ਡਬਲ ਸਟੈਂਡਰਡਸ ਆਮ ਆਦਮੀ ਪਾਰਟੀ ਕਦੋਂ ਛੱਡੂਗੀ? ਜਿਹੜੀ ਪਾਰਟੀ ਨੂੰ ਨਿੰਦ ਰਹੇ ਹੋ ਉਹ ਪਾਰਟੀ ਨਾਲ ਅਲਾਈਅੰਸ ਕਿਉਂ ਕੀਤੀ ਇਨ ਦਾ ਫਸਟ ਪਲੇਸ ਦਿੱਲੀ ਦੇ ਵਿੱਚ? ਇਹਦਾ ਜਵਾਬ ਹੈ ਜਿਹੜੇ ਲੀਡਰਸ ਕਾਂਗਰਸ ਪਾਰਟੀ ਤੇ ਤੁਸੀਂ ਇੰਡਕਟ ਕੀਤੇ ਆਪਦੀ ਪਾਰਟੀ ਦੇ ਵਿੱਚ, ਇਹਦਾ ਕੋਈ ਜਵਾਬ ਹੈ? ਨੰਬਰ 3, ਜਿਹੜਾ ਤੁਹਾਨੂੰ ਪੁੱਛਿਆ ਗਿਆ ਵੀ ਉਹ ਨੋਟ ਜਿਹੜੇ ਤੇ ਕਹਿ ਰਹੇ ਹੋ ਵੀ ਗੋਡ ਦੀ ਡੇਟੀ ਦੀ ਦੇਵੀ ਦੇਵਤੇ ਦੀ ਫੋਟੋ ਲੱਗੇ, ਜੇ ਉਹਨੂੰ ਥੁੱਕ ਲੱਗੂਗਾ ਉਹ ਫੋਟੋ ਇਹ ਜੇਬ ਦੇ ਵਿੱਚ ਰੱਖੀ ਜਾਊਗੀ, ਉਹਦੇ ਗੰਦੇ ਹੱਥ ਲੱਗਣਗੇ ਤਾਂ ਕੀ ਉਹਨਾਂ ਦੀ ਇਨਸਲਟ ਨਹੀਂ ਹੋਊਗੀ? ਇਹ ਸੋਚ ਨਹੀਂ ਸਕਦੀ ਆਮ ਆਦਮੀ ਪਾਰਟੀ। ਮੈਂ ਥੋੜਾ ਬ੍ਰੇਕ ਲੈ ਲਵਾਂ ਮਿਸਟਰ ਖੜਿਆਲ, ਤੁਹਾਡਾ ਆਰਗੂਮੈਂਟ ਆ ਗਿਆ ਤੁਹਾਡਾ। ਮੈਂ ਥੋੜਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਵੋਟਾਂ ਲਈ ਕੇਜਰੀਵਾਲ ਦੀ ਨੋਟ ਭਗਤੀ ਹੈ, ਇਹ ਸਵਾਲ ਲਗਾਤਾਰ पूछा जा रहा है, तो वापस आके फिर पूछूंगा। भारतीय करेंसी के ऊपर एक तरफ गांधी जी की तस्वीर है, वो वैसे ही रहनी चाहिए, लेकिन दूसरी तरफ श्री गणेश जी की और श्री लक्ष्मी जी की तस्वीर भारतीय करेंसी के ऊपर लगाई जाए। एक और फिर थोड़ा स्वागत करते हैं। बड़ा सवाल थोड़े सामने है, अरविंद केजरीवाल के करंसी आइडिया ते सियासी कलेश क्यों पिया? कमल जी, ਜਿਹੜੀ ਰਾਜਨੀਤੀ ਤੁਸੀਂ ਗੱਲ ਕਰਦੇ ਹੋ ਕਿ ਧਰਮ ਤੇ ਰਾਜਨੀਤੀ ਨੂੰ ਵੱਖ ਕਰਕੇ ਦੇਖਣਾ ਚਾਹੀਦਾ ਹੈ ਜੀ, ਉਹ ਤਾਂ ਲੱਗਦਾ ਹੈ ਕਿ ਹੁਣ ਇਸ ਮੌਜੂਦਾ ਦੌਰ ਵਿੱਚ ਸੰਭਵ ਹੈ? ਇਸੇ ਮੌਜੂਦਾ ਦੌਰ ਦੇ ਵਿੱਚ ਉਸ ਦੀ ਸਭ ਤੋਂ ਵੱਧ ਲੋੜ ਹੈ। ਸਵਾਲ ਸੰਭਵ ਅਸੰਭਵ ਦਾ ਨਹੀਂ ਹੈ। ਸਵਾਲ ਇਹ ਹੈ ਕਿ ਲੋਕ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਦੰਗਿਆਂ ਦੇ ਵਿੱਚ ਮਾਰੇ ਜਾਣ। ਸਵਾਲ ਇਹ ਹੈ ਕਿ ਕੀ ਲੋਕਾਂ ਦੇ ਘਰਾਂ ਨੂੰ ਬੁਲਡੋਜ਼ਰ ਲੈ ਕੇ ਢਾ ਦਿੱਤਾ ਜਾਵੇ। ਸਵਾਲ ਇਹ ਹੈ ਕਿ ਲੋਕਾਂ ਨੂੰ ਖੰਭਿਆਂ ਦੇ ਨਾਲ ਮੰਨ ਕੇ ਉਹਨਾਂ ਦੀ ਮੌਬ ਲਿੰਚਿੰਗ ਕਰ ਦਿੱਤੀ ਜਾਵੇ। ਇਹ ਸਾਰੇ ਕੁਐਸਚਨ ਨੇ। ਜੇ ਇਹਨਾਂ ਦਾ ਕੁਐਸਚਨ ਦਾ ਕਿਸੇ ਦਾ ਵੀ ਅਸੀਂ ਜਵਾਬ ਦੇਣਾ ਚਾਹੁੰਦੇ ਹਾਂ ਕਿ ਨਹੀਂ ਹੋਣਾ ਚਾਹੀਦਾ, ਐਸਾ ਨਾ ਹੋਵੇ ਸਾਡੇ ਹਿੰਦੁਸਤਾਨ ਦੇ ਵਿੱਚ, ਤਾਂ ਫਿਰ ਉਹਦਾ ਇੱਕੋ ਇੱਕ ਤਰੀਕਾ ਇਹ ਹੈ ਕਿ ਜਿਹੜੀ ਰਾਜਨੀਤੀ ਹੈ ਉਹ ਆਪਣਾ ਕੰਮ ਕਰੇ। ਦੇਖੋ, ਜਦੋਂ ਰਾਜਨੀਤੀ ਤੇ ਧਰਮ ਇਕੱਠੇ ਕਰ ਦਿੱਤੇ ਜਾਂਦੇ ਨੇ, ਧਰਮ ਨਹੀਂ ਰਹਿੰਦਾ ਤੇ ਰਾਜਨੀਤੀ ਨਹੀਂ ਰਹਿੰਦੀ। ਆਪਾਂ ਇਸ ਗੱਲ ਨੂੰ ਸਮਝੀਏ। ਧਰਮ ਲੋਕਾਂ ਦੀ, ਅਸੀਂ ਮਾਰਕਸਿਸਟ ਹਾਂ। ਮਾਰਕਸ ਕੀ ਕਹਿੰਦਾ ਹੈ? ਉਹ ਕਹਿੰਦਾ ਧਰਮ ਜਿਹੜਾ ਇਹ ਦੱਬੇ ਕੁਚਲਿਆਂ ਦੀ ਹਾਂ ਹੈ। ਇਟਸ ਦ ਸੋਲ ਆਫ ਦ ਸੋਲਲੈਸ ਵਰਲਡ। ਇਹ ਜਿਹੜਾ ਸੋਲ ਆਫ ਦ ਸੋਲਲੈਸ ਵਰਲਡ ਹੈ, ਬੇਆਤਮਾ ਸੰਸਾਰ ਦੀ ਆਤਮਾ ਜਿਹੜੀ ਹੈ, ਇਹਨੂੰ ਰਹਿਣ ਦਿਓ, ਇਹਨੂੰ ਉਹੀ ਰਹਿਣ ਦਿਓ ਜੋ ਕੁਝ ਹੈ। ਤੁਸੀਂ ਦੇ ਰਹੇ ਹੋ ਜੀ, ਉਹਨੂੰ ਆਪਣਾ ਕੰਮ ਕਰਨ ਦਈਏ। ਉਹ ਆਪਣਾ ਕੰਮ ਕਰੇਗੀ ਡੈਫੀਨਿਟਲੀ। ਪਰ ਸਵਾਲ ਹੈ ਕਮਲਜੀਤ, ਧਰਮ ਤਾਂ ਨਿੱਜੀ ਮਾਮਲਾ ਹੈ। ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ, ਜਦੋਂ ਅਸੀਂ ਧਰਮ ਨੂੰ ਨੋਟਾਂ ਦੇ ਉੱਤੇ ਛਾਪਣ ਤੋਂ ਲੈ ਕੇ ਕਦੀ ਉਸ ਨੂੰ ਧਰਮ ਨੂੰ ਆਪਣੇ ਥਾਂ ਦੇ ਉੱਤੇ ਰਹਿਣ ਦਿੱਤਾ ਜਾਵੇ। ਲੋਕ ਜਿਹੜੇ ਨੇ ਨਾ, ਮੈਂ ਤੇ ਮੇਰਾ ਰੱਬ ਵਿਚਾਲੇ ਕੁਝ ਨਹੀਂ, ਇਹ ਜਿਹੜੀ ਕਨਫੀਗਰੇਸ਼ਨ ਹੈ ਨਾ, ਜਦ ਤੱਕ ਇਸ ਕਨਫੀਗਰੇਸ਼ਨ ਤੇ ਹਿੰਦੁਸਤਾਨ ਨਹੀਂ ਆਂਦਾ ਨਾ, ਉਹ ਸਪਿਰਿਚੁਅਲ ਜਿਹੜੀ ਲੋਕਾਂ ਨੂੰ ਇੱਕ ਮਿਲਦੀ ਹੈ ਸਪੋਰਟ, ਸਪਿਰਿਚੁਅਲ ਸਪੋਰਟ ਰਿਲੀਜਨ ਚੋਂ, ਉਹ ਵੀ ਮਿਲਣੀ ਬੰਦ ਹੋ ਜਾਏਗੀ। ਜਦੋਂ ਇਹ ਲੋਕ ਧਰਮ ਨੂੰ ਇਸ ਤਰ੍ਹਾਂ ਖੇਡਣਗੇ ਨਾ ਫੁੱਟਬਾਲ ਬਣਾ ਕੇ, ਤਾਂ ਲੋਕ ਮਾਰੇ ਜਾਣਗੇ, ਇੱਥੇ ਸਿਰ ਉੱਡਣਗੇ। ਮਤਲਬ ਜੋ ਇੱਥੇ ਹੁੰਦਾ ਰਿਹਾ ਪਹਿਲਾਂ ਵੀ ਧਰਮ ਨੇ ਖੇਡਿਆ, ਜਦੋਂ ਰਾਜਨੀਤੀ ਧਰਮ ਨੂੰ ਵਰਤਦੀ ਹੈ। ਤੁਸੀਂ ਤਾਂ ਛਾ ਗਏ ਵੈਸੇ। ਜਿਹੜੀ ਪੋਲਿਟਿਕਸ ਦਾ ਏਜੰਡਾ ਤੁਸੀਂ ਦੇਸ਼ ਵਿੱਚ ਪ੍ਰਚਾਰਿਆ, ਉਸ ਪੋਲਿਟਿਕਸ ਦੇ ਏਜੰਡੇ ਵਿੱਚ ਸ਼ਿਵ ਸੈਨਾ ਤੁਹਾਡੇ ਤੋਂ ਹੁਣ ਵੱਖ ਹੋਈ ਹੈ। ਸ਼ਿਵ ਸੈਨਾ ਦਾ ਏਜੰਡਾ ਵੀ ਤੁਹਾਡੇ ਵਾਂਗੂ ਹੀ ਹੈ। ਹੁਣ ਇੱਕ ਹੋਰ ਏਜੰਡਾ ਤੁਹਾਡੇ ਅੱਗੇ ਖੜਾ ਜਿਹੜਾ ਤੁਹਾਡੇ ਵਾਂਗੂ ਹੈ। ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਹੈ। ਕਾਂਗਰਸ ਮੁਕਤ ਭਾਰਤ ਦਾ ਤੁਸੀਂ ਸੁਪਨਾ ਦੇਖਦੇ ਪਏ ਸੀਗੇ, ਉਹ ਇਸੇ ਏਜੰਡੇ ਰਾਹੀਂ ਪੂਰਾ ਹੋਣਾ। ਮਿਸਟਰ ਨਾਰਕ, देखो केपी जी, ऐसा भारतीय जनता पार्टी का जिहड़ा सपना है, सबका साथ, सबका विश्वास और सबका विकास, और ये हो रहा है तो लोग बार बार साडी सरकारां नूं मैंडेट दे रहे। बाकी जिहड़ी गल रही आम आदमी पार्टी की, देखो ये तो कल नूं पता नहीं की कह देंगे, किसी नूं भी नहीं पता। ये तो जो केजरीवाल साहब ने कह देना, गरेवाल साहब की तो मजबूरी बन जाती है कि उन्होंने चैनल पे आके डिफेंड करना। चलो लकेश साहब, आप पॉलिटिक्स कर रहे हैं, सब पॉलिटिक्स कर रहे हैं, सुन लो ना नारंग साहब, सुन लो। निर्मला सीतारमन हरा ने पिछे एक बयान दिता सीगा कि रुपया कमजोर नहीं हो रहा, डॉलर ही मजबूत हो रहा है। सर उन्होंने किवें समझिए सर? डॉलर ते रुपये का सर मुकाबला देख लो सर। 25 अक्तूबर का डाटा मेरे को 82.76। नारंग साहब, अर्थव्यवस्था तो कमजोर है साडी, ये तो सानूं समझना पऊगा कि नहीं कि असीं सिर्फ ये दमगजे मारांगे कि पंजवीं वड्डी अर्थव्यवस्था साडी? नारंग साहब, क्यों सवाल चुकते पे तुहाडे विरोधी? फिर नारंग साहब जी इन्ने मजबूत असीं तां आंकड़ियां दी खेड तो बाहर आईए, आम आदमी नूं पुछीए कित्थे आ ओह? देखो, आम आदमी तो बहुत चीज़ां पुछण वालियां ने। आम आदमी तो ये भी समझना चाहता है कि जिहड़ा दिल्ली दे विच इन्हां ने लिकर दे पैसे आम आदमी दे खा लए ने, शराब दे पैसे सिसोदिया साहब और इन्हां ने केजरीवाल साहब ने मिल के खा लए ने, क्या वो मां लक्ष्मी का अपमान नहीं आ? लोकां दे गरीब लोकां दी लक्ष्मी लुट के खा गए।
ਔਰ ਅੱਜ ਇਹ ਗੱਲਾਂ ਕਰਦੇ ਨੇ ਕਿ ਕਰੰਸੀ ਨੋਟ ਤੇ ਲక్ష్ਮੀ ਮਾਤਾ ਦੀ ਫੋਟੋ ਲਗਾ ਦਿਓ, ਤੇ ਕਿਤੇ ਨਾ ਕਿਤੇ ਬਹੁਤ ਸਾਰੇ ਸਵਾਲ ਇਹਨਾਂ ਕੋ ਪੁੱਛਣ ਵਾਲੇ ਨੇ। ਜੇ ਤੁਸੀਂ ਸੀਤਾਰਮਨ ਜੀ ਦੇ ਬਿਆਨ ਦੀ ਗੱਲ ਕਰਦੇ ਹੋ ਕਿ ਜੀ ਮੈਂ ਵੀ ਜਵਾਬ ਦੇ ਰਿਹਾ ਤੁਹਾਨੂੰ। ਦੇਖੋ ਉਹ ਮੈਂ ਬਿਆਨ ਪੂਰਾ ਸੁਣਿਆ ਨਹੀਂ, ਉਹਨੂੰ ਕਿਸ ਕੰਟੈਕਸਟ ਦੇ ਵਿੱਚ ਦਿੱਤਾ, ਉਹ ਜੇ ਮੈਂ ਪੂਰਾ ਸੁਣਿਆ ਨਾ ਮੈਂ ਤੁਹਾਨੂੰ ਜਵਾਬ ਜ਼ਰੂਰ ਦਿੰਦਾ। ਪਰ ਅੱਜ ਦਾ ਜੋ ਆਪਣੀ ਡਿਬੇਟ ਦਾ ਮੁੱਦਾ ਆ ਕਿ ਆਪਾਂ ਨੂੰ ਇਹ ਸਮਝਣਾ ਚਾਹੀਦਾ ਸਰ ਅਰਥ ਮੇਰਾ ਮੁੱਦਾ ਅਰਥ ਵਿਵਸਥਾ ਸਰ, ਧਰਮ ਵਿਵਸਥਾ ਨਹੀਂ ਹੈਗਾ। ਮੈਂ ਤਾਂ ਸਿੱਧਾ ਕਹਿ ਰਿਹਾ ਸਰ, ਮੇਰਾ ਮੁੱਦਾ ਅਰਥ ਵਿਵਸਥਾ ਸਰ, ਧਰਮ ਵਿਵਸਥਾ ਨਹੀਂ ਹੈ ਸਰ। ਧਰਮ ਵਿਵਸਥਾ ਦਾ ਨਿੱਜੀ ਮਾਮਲਾ ਸਰ ਨਾਰੰਗ ਸਾਹਿਬ। ਆਪਾਂ ਜਿਹੜੀ ਚੀਜ਼ ਤੇ ਡਿਬੇਟ ਕਰ ਰਹੇ KP ਜੀ, ਉਹਦੇ ਤੇ ਆਪਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਫਜ਼ੂਲ ਦੀ ਡਿਬੇਟ ਨੂੰ ਕੌਣ ਸ਼ੁਰੂ ਕਰਾ ਦਿੰਦਾ, ਕਿਉਂਕਿ ਇਹ ਕੋਈ ਨਾ ਕੋਈ ਊਲ ਫਜ਼ੂਲ ਦੀ ਗੱਲ ਕੇਜਰੀਵਾਲ ਸਾਹਿਬ ਉੱਠ ਕੇ ਕਹਿ ਦਿੰਦੇ ਨੇ, ਔਰ ਬਾਕੀ ਸਾਰੇ ਨੂੰ ਯੈਸ ਬੌਸ ਕਰਕੇ ਸ਼ਾਮ ਤੱਕ ਉਹਨੂੰ ਸੈਕਿੰਡ ਕਰਨਾ ਪੈਂਦਾ, ਚਾਹੇ ਉਹ ਸਹੀ ਬੋਲਣ ਚਾਹੇ ਗਲਤ ਬੋਲਣ, ਚਾਹੇ ਉਹ ਅਗੇਂਸਟ ਸਟੇਟਸ ਬੋਲਣ। ਤੇ ਗਰੇਵਾਲ ਸਾਹਿਬ ਦੀ ਮਜਬੂਰੀ ਬਣ ਜਾਂਦੀ ਕਿ ਜੋ ਸਵੇਰੇ ਭਗਵਾਨ ਨੇ ਕਹਿਤਾ, ਇਹਨਾਂ ਨੇ ਤਾਂ ਉਹਨਾਂ ਨੂੰ ਹਾਂਜੀ ਕਰਨਾ ਵੀ, ਸਵੇਰੇ ਉਹਨਾਂ ਨੇ ਸਾਹਿਬ ਨੇ ਕਹਿਤਾ ਸਾਨੂੰ ਤਾਂ ਹਾਂਜੀ ਕਰਨਾ ਪੈਣਾ। ਤੇ ਕਿਤੇ ਨਾ ਕਿਤੇ ਆਪਾਂ ਜਿਹੜੀ ਫਜ਼ੂਲ ਦੀ ਡਿਬੇਟ ਆ, ਦੇਖੋ ਡਿਬੇਟ ਡਿਵੈਲਪਮੈਂਟ ਤੇ ਹੋਵੇ, ਉਹਨਾਂ ਚੀਜ਼ਾਂ ਤੇ ਹੋਵੇ, ਆਪਾਂ ਕਿਹਨਾਂ ਚੀਜ਼ਾਂ ਤੇ ਡਿਬੇਟ ਕਰਾਂਗੇ? ਇਹਨਾਂ ਦੇ ਸਾਰੇ ਮਾਡਲ ਆਫ ਫਲॉप ਹੋ ਚੁੱਕੇ ਨੇ। ਹੁਣ ਇਹਨਾਂ ਨੇ ਕਿਉਂਕਿ ਗੁਜਰਾਤ ਦੇ ਵਿੱਚ ਪੈਰ ਨਹੀਂ ਲੱਗ ਰਹੇ ਤਾਂ ਇਹ ਨਵਾਂ ਸ਼ਗੂਫਾ ਚੜ੍ਹ। ਚਲੋ ਠੀਕ ਹੈ ਖੜਿਆਲ ਸਾਹਿਬ, ਤੁਹਾਨੂੰ ਵੀ ਇਉਂ ਲੱਗਦਾ ਕਿ ਸਿਰਫ ਗੁਜਰਾਤ ਕਰਕੇ ਹੀ ਇਹ ਸ਼ਗੂਫਾ ਛੱਡਿਆ ਗਿਆ ਜੋ ਬੀਜੇਪੀ ਕਹਿ ਰਹੀ ਹੈ ਖੜਿਆਲ ਸਾਹਿਬ, ਜਾਂ ਇਉਂ ਲੱਗਦਾ ਕਿ ਤੁਹਾਨੂੰ ਦੋਨੋਂ ਪਾਰਟੀਆਂ ਕਾਰਨਰ ਕਰਨਾ ਚਾਹੁੰਦੀਆਂ, ਇਸ ਲਈ ਇਸ ਏਜੰਡੇ ਨੂੰ ਇਕੱਠੇ ਕਰਕੇ ਖੇਡਿਆ ਜਾ ਰਿਹਾ ਜੋ ਕਮਲਜੀਤ ਕਹਿ ਰਿਹਾ? ਦੇਖੋ ਇਹਦੇ ਵਿੱਚ KP ਜੀ ਕੋਈ ਦੋ ਰਾਹ ਹੋਣੀ ਨਹੀਂ ਚਾਹੀਦੀ। ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ, ਸਭ ਤੋਂ ਜ਼ਰੂਰੀ ਕੀ ਹੈ ਕਿ 8 ਸਾਲ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੀ ਸੋਚ ਹੈ ਇਹ, ਜਿਨ੍ਹਾਂ ਦੀ ਧਾਰਨਾ ਇਹ, ਤੇ ਅੱਜ ਤੱਕ ਇਹਦੇ ਬਾਰੇ ਵਿਚਾਰ ਕਿਉਂ ਨਹੀਂ ਕੀਤਾ? ਕਦੇ ਪੰਜਾਬ ਦੇ ਵਿੱਚ ਜਦੋਂ ਕੈਂਪੇਨਿੰਗ ਕਰਦੇ ਸੀਗੇ ਤੁਹਾਨੂੰ ਇਹ ਚੀਜ਼ ਕਹਿਣੀ ਚਾਹੀਦੀ ਸੀਗੀ ਵੀ ਅਸੀਂ ਆਹ ਚੀਜ਼ ਕਰਨ ਦੀ ਸੋਚਦੇ ਆ, ਅਸੀਂ ਆਹ ਚੀਜ਼ ਚਾਹੁੰਦੇ ਆ ਤੇ ਅੱਛਾ ਲੱਗਦਾ ਸਾਨੂੰ ਵੀ। ਲੇਕਿਨ ਸਿਰਫ ਔਰ ਸਿਰਫ ਜਦੋਂ ਤੁਹਾਨੂੰ ਪਤਾ ਹੈ ਗੁਜਰਾਤ ਦੇ ਵਿੱਚ ਅਸੀਂ ਹਾਰ ਰਹੇ ਹਾਂ, ਸਾਨੂੰ ਇੱਕ ਮਾਰਜਿਨ ਚਾਹੀਦੀ ਹੈ, ਅਸੀਂ ਇੱਕ ਲੀਡ ਚਾਹੁੰਦੇ ਆ, ਤਾਂ ਤੁਸੀਂ ਕੋਈ ਵੀ ਆਪਣਾ ਗੱਲ ਕਰਕੇ ਕਿਸੇ ਵੀ ਚੀਜ਼ ਦੀ ਰਾਜਨੀਤੀਕਰਨ ਕਰਕੇ ਤੁਹਾਨੂੰ ਐਸੀ ਉਹ ਗੈਪ ਪੂਰਾ ਕਰ ਦਈਏ। ਧਰਮ ਨੂੰ ਤਾਂ ਤੁਹਾਨੂੰ ਛੱਡਣਾ ਚਾਹੀਦਾ, ਰਿਲੀਜਨ ਨੂੰ ਤਾਂ ਪੋਲਿਟਿਕਸ ਤੋਂ ਬਾਹਰ ਰੱਖਣਾ ਚਾਹੀਦਾ ਹੈ। ਤੇ ਉਹ ਤੋਂ ਬਾਅਦ 8 ਸਾਲਾਂ ਬਾਅਦ ਜ਼ਿਕਰ ਕਰਤਾ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਗੁਜਰਾਤ ਤੇ ਹਿਮਾਚਲ ਅਸੀਂ ਹਾਰਨ ਜਾ ਰਹੇ ਹਾਂ ਤੇ ਕੁਛ ਨਾ ਕੁਛ ਅਸੀਂ ਕਰੀਏ। ਡੈਸਪਰੇਟ ਅਟੈਂਪਟ ਹੈ ਆਮ ਪਾਰਟੀ ਦਾ, ਅਸੀਂ ਕੁਛ ਨਾ ਕੁਛ ਕਰ ਸਕੀਏ। ਤੇ ਦੂਜੀ ਗੱਲ ਜੋ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਇਹਨਾਂ ਦੀ ਇੱਕ ਲੀਡਰ ਨਾ ਕਨਵਰਜਨ ਇਵੈਂਟ ਨੂੰ ਅਟੈਂਡ ਕਰਦੇ ਆ, ਕਨਵਰਜਨ ਇਵੈਂਟ, ਤੇ ਇਹ ਗੱਲ ਕਹਿੰਦੇ ਹੈ ਵੀ ਜਿਹੜੇ ਹੈ ਬ੍ਰਹਮਾ ਵਿਸ਼ਨੂੰ ਜਿਹੜੇ ਗਣੇਸ਼ ਜੀ ਹੈ ਉਹ ਈਸ਼ਵਰ ਹੈ ਹੀ ਨਹੀਂ, ਉਹ ਈਸ਼ਵਰ ਹੈਗੇ ਹੀ ਨਹੀਂ ਹੈ। ਤੇ ਮੈਂ ਆਮ ਆਦਮੀ ਪਾਰਟੀ ਨੂੰ ਇਹ ਪੁੱਛਦਾ ਵੀ ਪਹਿਲਾਂ ਨੋਟਾਂ ਤੇ ਫੋਟੋ ਤਾਂ ਲਵਾ ਲਿਓ, ਲੇਕਿਨ ਜਿਹੜੇ ਤੁਹਾਡੇ ਆਪਦੇ ਲੀਡਰਸ ਹੈ ਜੋ ਇਹ ਜੇ ਸੈਕਰੀਲੇਜੀਅਸ, ਇਹ ਜੇ ਬੇਅਦਬੀ ਵਾਲੇ ਬਿਆਨ ਦਿੰਦੇ ਹੈ, ਉਹਨਾਂ ਦੇ ਖਿਲਾਫ ਐਕਸ਼ਨ ਕਦੋਂ ਲਓਗੇ? ਤੇ ਆਮ ਆਦਮੀ ਪਾਰਟੀ ਇਹ ਵੀ ਗੱਲ ਦੱਸੇ ਕਿ ਜਿਹੜੇ ਕਨਵਰਜਨ ਇਵੈਂਟਸ ਅਟੈਂਡ ਕਰਦੇ ਹੈ ਤੇ ਉਹਨਾਂ ਬਾਰੇ ਕੀ ਕਰਨਾ। ਤੇ ਤੀਜੀ ਗੱਲ, ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੋ ਬੀਜੇਪੀ ਨੂੰ ਕਹਿੰਦੀ ਹੁੰਦੀ ਸੀ ਵੀ ਤੁਸੀਂ ਰਾਜਨੀਤੀਕਰਨ ਕਰਦੇ ਹੋ, ਤੇ ਕਿ ਗਰੇਵਾਲ ਸਾਹਿਬ ਪ੍ਰੀਐਮਬਲ ਦੀਆਂ ਗੱਲਾਂ ਕਰਦੇ ਹੁੰਦੇ ਸੀਗੇ, ਸੋਸ਼ਲਿਸਟ, ਸੋਵਰਨ, ਸੈਕੂਲਰ, ਡੈਮੋਕ੍ਰੈਟਿਕ ਰਿਪਬਲਿਕ। ਅੱਜ ਸੈਕੂਲਰ ਕਿੱਥੇ ਗਿਆ? ਸੈਕੂਲਰ ਦਾ ਮਤਲਬ ਕੀ ਹੈ? ਸੈਕੂਲਰ ਦਾ ਮਤਲਬ ਹੈ ਵੀ ਸਾਰੇ ਧਰਮ ਇੱਕ ਬਰਾਬਰ ਹੈ। ਤੇ ਤੁਸੀਂ ਗਰੇਵਾਲ ਸਾਹਿਬ ਇਹ ਚੀਜ਼ ਕਿਵੇਂ ਭੁੱਲ ਗਏ ਕਿ ਤੁਹਾਡੇ ਆਪਦੇ ਬਿਆਨ ਦਿੱਤੇ ਹੋਏ ਆ ਇਹ ਕਿ ਸੈਕੂਲਰ ਹੈ ਦੇਸ਼, ਇੱਥੇ ਕੋਈ ਵੀ ਰਾਜਨੀਤੀ ਕਿਸੇ ਵੀ ਤਰ੍ਹਾਂ ਦੀ ਧਰਮ ਦੇ ਰਿਲੇਟਡ ਨਹੀਂ ਹੋਣੀ ਚਾਹੀਦੀ। ਉਹਦੇ ਬਾਵਜੂਦ ਆਪ ਇਹ ਚੀਜ਼ ਕਰਦੇ ਹੋ। ਇਹ ਇਹਨਾਂ ਦੇ ਦੌਰੇ ਮਾਪਦੰਡ ਡਬਲ ਸਟੈਂਡਰਡਸ ਦਾ ਸਰਟੀਫਿਕੇਟ ਹੈ। ਚਲੋ ਮੈਂ ਥੋੜਾ ਬ੍ਰੇਕ ਲੈ ਲਵਾਂ, ਗਰੇਵਾਲ ਸਾਹਿਬ ਵਾਪਸ ਆ ਰਿਹਾ। ਨੋਟਾਂ ਦੇ ਦੇਵੀ ਦੇਵਤਿਆਂ ਦਾ ਸਨਮਾਨ ਹੋਊਗਾ ਜਾਂ ਅਪਮਾਨ ਹੋਊਗਾ, ਇਹ ਸਵਾਲ ਵੀ ਉੱਠ ਰਿਹਾ ਤੇ ਵਾਪਸ ਆ ਕੇ ਪੁੱਛੂੰਗਾ ਜ਼ਰੂਰ। भारतीय करेंसी के ऊपर एक तरफ गांधी जी की तस्वीर है, वो वैसे ही रहनी चाहिए, लेकिन दूसरी तरफ श्री गणेश जी की और श्री लक्ष्मी जी की तस्वीर भारतीय करेंसी के ऊपर लगाई जाए। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛਨੇ ਅਰਵਿੰਦ ਕੇਜਰੀਵਾਲ ਦੇ ਕਰੰਸੀ ਆਈਡੀਆ ਤੇ ਸਿਆਸੀ ਕਲੇਸ਼ ਕਿਉਂ ਪਿਆ? ਗਰੇਵਾਲ ਸਾਹਿਬ ਇੱਕ ਸਵਾਲ ਬੜਾ ਅਜੀਬ ਜਿਹਾ ਮੇਰੇ ਮਨ ਵਿੱਚ ਆਇਆ ਸਰ, ਮੈਨੂੰ ਪੁੱਛ ਲੈਣ ਦਿਓ ਗਰੇਵਾਲ ਸਾਹਿਬ। ਗਰੇਵਾਲ ਸਾਹਿਬ ਜੇ ਮੰਨ ਲਓ ਮਿਸਟਰ ਮੋਦੀ ਤੁਹਾਡੀ ਗੱਲ ਮੰਨਦੇ ਆ, ਪਹਿਲਾਂ ਤਾਂ ਮੈਨੂੰ ਦੱਸੋ ਨੋਟਬੰਦੀ ਕਰਨੀ ਪਊਗੀ ਜਾਂ ਐਵੇਂ ਕੰਮ ਚੱਲ ਜੂਗਾ? ਪਹਿਲੀ ਗੱਲ ਤਾਂ KP ਜੀ ਮੋਦੀ ਜੀ ਸਾਡੀ ਗੱਲ ਮੰਨਣਗੇ। ਹੁਣ ਮੈਂ ਜਰਾ ਥੋੜੀ ਤੁਹਾਨੂੰ ਗੱਲ ਦੱਸਾਂ ਜੋ ਇਹਨਾਂ ਨੇ ਆਈਡੀਆ ਦੱਸੋ ਸਰ, ਇਸ ਪੁਆਇੰਟ ਤੇ ਰੋ ਪਲੀਜ਼, ਆਪਾਂ ਕਮਾਈਏ ਨਾ। ਗਰੇਵਾਲ ਸਾਹਿਬ ਇੱਕ ਮਿੰਟ ਸੁਣ ਲਓ ਪਹਿਲਾਂ, ਗਰੇਵਾਲ ਸਾਹਿਬ ਇੱਕ ਮਿੰਟ ਸੁਣ ਲਓ ਨਾ, ਸੁਣ ਲਓ ਇੱਕ ਮਿੰਟ ਸੁਣ ਲਓ। ਨੋਟਬੰਦੀ ਕਰਨੀ ਪਊਗੀ ਜਾਂ ਨਹੀਂ ਸਰ? ਮੈਨੂੰ ਐਕਸ਼ਨ ਪਲਾਨ ਦੱਸੋ ਸਰ, ਆਪਾਂ ਹਵਾ 'ਚ ਨਾ ਗੱਲਾਂ ਕਰੀਏ ਪਲੀਜ਼। ਕੇਜਰੀਵਾਲ ਸਾਹਿਬ ਨੇ ਬੜਾ ਕਿਹਾ ਕਿ ਐਕਸਪੈਰੀਮੈਂਟਲ ਬੇਸ ਤੇ ਨਵੇਂ ਨੋਟਾਂ ਛਾਪਣਾ ਸ਼ੁਰੂ ਕਰ ਦੋ। ਪਾਇਲਟ ਪ੍ਰੋਜੈਕਟ, ਆਪਾਂ ਪਾਇਲਟ ਪ੍ਰੋਜੈਕਟ ਮੰਨ ਕੇ ਚੱਲਦੇ। ਚਲੋ ਠੀਕ ਹੈ ਗਰੇਵਾਲ ਸਾਹਿਬ, ਮੰਨ ਲਈ। ਅਗਲਾ ਸਵਾਲ ਵੀ ਲੈ ਲਓ, ਅਗਲਾ ਸਵਾਲ ਲੈ ਲਓ ਕਿ ਜੇ ਆਪਾਂ ਇਹ ਭਗਵਾਨ ਦੇਵੀ ਦੇਵਤਿਆਂ ਦੀ ਫੋਟੋ ਲਾਤੀ,
ਕਿ ਡਾਲਰ ਤਾਂ ਮਜ਼ਬੂਤ ਹੋ ਜਾਊਗਾ, ਰੁਪਈਆ ਕਦੇ 50 ਸਾਲਾਂ ਚ 100 ਸਾਲਾਂ ਚ ਕਿਤੇ ਕੋਈ ਸੁਪਨਾ ਦੇਖਦੇ? ਕਿਉਂਕਿ ਸਰ ਸੁਣ ਲਓ ਗਰੇਵਾਲ ਸਾਹਿਬ, ਸਵਾਲ ਪੂਰਾ ਸੁਣ ਲਓ, ਕਿਉਂਕਿ ਤੁਸੀਂ ਇੱਕ ਸੁਪਨਾ ਦਿੱਤਾ ਦੇਸ਼ ਨੂੰ, ਮੇਕ ਇੰਡੀਆ ਨੰਬਰ 1 ਸਰ, ਇਵੇਂ ਬਣੂ ਸਰ ਨੰਬਰ 1, ਡਾਲਰ ਤੋਂ ਉੱਪਰ ਚਲੇ ਜਾਵਾਂਗੇ ਅਸੀਂ? ਬਿਲਕੁਲ ਨਹੀਂ ਜਾਵਾਂਗੇ ਕੇਪੀ ਜੀ, ਤੁਸੀਂ ਯੂ ਆਰ ਨਾਟ ਗੈਟਿੰਗ ਦ ਹੋਲ ਪੁਆਇੰਟ। ਦ ਪੁਆਇੰਟ ਇਜ਼ ਦਿਸ, ਮੈਂ ਤਾਂ ਐਕਚੁਅਲੀ ਕਰ ਰਿਹਾ ਟੂ ਦਾ ਪੁਆਇੰਟ ਸਰ, ਮੈਨੂੰ ਪਤਾ ਲੱਗੇ ਪੁਆਇੰਟ ਹੈ ਕੀ ਹੈ। ਮੈਂ ਉਹੀ ਦੱਸ ਰਿਹਾ ਐਕਚੁਅਲ ਪੁਆਇੰਟ ਇਹ ਹੈ ਕਿ ਬੀਜੇਪੀ ਨੇ ਸੱਤਿਆਨਾਸ਼ ਮਾਰਤਾ ਸਾਰੇ ਕੰਮ ਦਾ, ਇਕਨੋਮੀ ਉਜਾੜ ਕੇ ਰੱਖਤੀ ਹੈ। ਜਿਹੜੀ ਮਾਂ ਲక్ష్ਮੀ ਜੀ ਇਹ ਕਹਿੰਦੇ ਨਾ ਬੇਇੱਜ਼ਤੀ ਹੁੰਦੀ ਹੈ ਜਦੋਂ ਅਦਾਨੀ ਅੰਬਾਨੀ ਦੇ ਹੱਥ 'ਚ ਵੈਲਥ ਕਨਸੈਂਟਰੇਟ ਹੁੰਦੀ ਹੈ, ਗਰੀਬਾਂ ਤੋਂ ਖੋ ਕੇ 1% ਦੀ ਵੈਲਥ 8 ਸਾਲਾਂ 'ਚ ਆਲਮੋਸਟ 20% ਐਕਸਟਰਾ ਚਲੇ ਜਾਂਦੀ ਹੈ। ਜਦੋਂ ਆਪਾਂ ਹੰਗਰ ਇੰਡੈਕਸ ਥੱਲੇ ਚਲੇ ਜਾਂਦੇ ਆ ਤੇ ਇਹ ਬਾਰ-ਬਾਰ ਧਰਮ ਕਰਦੇ ਆ, ਅਸੀਂ ਉਦੋਂ ਕਹਿੰਦੇ ਆ ਕਿ ਹੁਣ ਧਰਮ ਕਰੀ ਜਾਂਦੇ ਹੋ। ਚਲੋ ਮੈਂ ਇੱਕ ਆਪਸ਼ਨ ਹੋਰ ਦਿੰਦਾ ਗਰੇਵਾਲ ਸਾਹਿਬ, ਇੱਕ ਆਪਸ਼ਨ ਹੋਰ ਦਿੰਦਾ ਗਰੇਵਾਲ ਸਾਹਿਬ, ਇੱਕ ਆਪਸ਼ਨ ਹੋਰ ਦਿੰਦਾ ਗਰੇਵਾਲ ਸਾਹਿਬ। ਗਰੇਵਾਲ ਸਾਹਿਬ, ਮੋਦੀ ਜੀ ਤੁਹਾਡੀ ਗੱਲ ਮੰਨ ਲੈਂਦੇ ਆ ਚਿੱਠੀ ਲਿਖਣ ਤੋਂ ਬਾਅਦ, ਤੁਸੀਂ ਐਕਸ਼ਨ ਪਲਾਨ ਵੀ ਦੱਸੋਗੇ, ਸਾਰਾ ਕਰੋਗੇ, ਕਿ 50 ਰੁਪਏ ਵਾਲੀ ਸਥਿਤੀ ਤੇ ਆ ਸਕਦਾ ਹੈ ਡਾਲਰ ਦੇ ਮੁਕਾਬਲੇ 50 ਰੁਪਏ ਵਾਲੀ ਸਥਿਤੀ ਤੇ? ਮੈਂ ਗੱਲ ਹੀ ਨਹੀਂ ਕਰਦਾ ਉੱਪਰ ਚਲੇ ਜਾਵਾਂਗੇ ਅਸੀਂ। ਮੈਂ ਕਹਿੰਦਾ ਡਾਲਰ ਦੇ ਬਰਾਬਰ ਹੋ ਸਕਦਾ, ਡਾਲਰ ਤੋਂ ਤਕੜਾ ਹੋ ਸਕਦਾ ਜੇ ਸਾਇੰਟੀਫਿਕ ਟੈਂਪਰਮੈਂਟ ਹੋਊਗਾ, ਜੇ ਸਕੂਲ ਹੋਣਗੇ, ਜੇ ਬੱਚਿਆਂ ਨੂੰ ਸਿੱਖਿਆ ਚੰਗੀ ਮਿਲੂਗੀ। ਅਸੀਂ ਉਹ ਗੱਲ ਕਰ ਰਹੇ ਹਾਂ। ਮੈਂ ਇੱਕ ਗੱਲ ਦੱਸਾਂ, ਇਹ ਕਹਿੰਦੇ ਆ ਨਾ ਕਿ ਫਜ਼ੂਲ ਡਿਬੇਟ ਇਹ ਕਰਾਉਂਦੇ ਆ। ਮੈਂ ਸ਼ੁਕਰ ਹੈ ਪ੍ਰਮਾਤਮਾ ਦਾ ਪੰਜਾਬੀ ਮੀਡੀਆ ਚੱਜ ਦੇ ਡਿਬੇਟ ਕਰਦਾ। ਜਿਹੜਾ ਇਹਨਾਂ ਦਾ ਗੋਦੀ ਮੀਡੀਆ ਰੋਜ਼ ਹਿੰਦੂ ਮੁਸਲਮਾਨ ਕਰਦਾ ਨਾ, ਉਹ ਡਿਬੇਟ ਕੌਣ ਕਰਾਉਂਦਾ? ਜਿਹੜਾ ਕਿਤੇ ਕੀਪ ਦ ਪੋਟ ਬੋਇਲਿੰਗ, ਇੱਕ ਇੱਥੇ ਮਾਰ ਲਓ, ਇੱਕ ਨੂੰ ਇੱਥੇ ਕੁੱਟ ਲਓ, ਇੱਕ ਨੂੰ ਇੱਥੇ ਵੱਢ ਲਓ, ਇੱਥੇ 4 ਪੇਪਰ ਛੱਡ ਦੋ। ਇਹ ਏਜੰਡਾ ਕਿਹਦਾ ਸਰ? ਮੈਂ ਤਾਂ ਇੱਕ ਗੱਲ ਕਹਿਣਾ, ਸਾਨੂੰ ਕਹਿ ਰਹੇ ਤੁਸੀਂ ਨੋਟਾਂ, ਇੱਕ ਮਿੰਟ ਮੈਂ ਸਿਰਫ ਇੱਕ ਗੱਲ ਕਹਿਣਾ ਸਰ ਕਿ ਅੱਜ ਬਹੁਤ ਜ਼ਿਆਦਾ ਕਹਿੰਦੇ ਪਹਿਲਾਂ ਨਹੀਂ ਆਇਆ, ਜਬ ਜਾਗੋ ਤਭੀ ਸਵੇਰਾ। ਅੱਜ ਗੁਜਰਾਤ 'ਚ ਜਿੱਥੇ ਇਹ ਗੱਲ ਕਰਦੇ ਕਾਂਗਰਸ ਨੂੰ ਬੜੀ ਤਕਲੀਫ ਹੋ ਰਹੀ ਹੈ, ਆਰ ਦੇ ਰੈਡੀ ਵਿਦ ਦ ਫਾਈਟ? ਇਹ ਕਿਤੇ ਲੜਾਈ 'ਚ ਵੀ ਨੇ, ਇਹ ਕਿਤੇ ਹੈਗੇ ਵੀ ਹੈ ਲੜਾਈ। ਇਹਨਾਂ ਨੂੰ ਰੋਕਣਾ ਪੈਣਾ, ਇਹਨਾਂ ਨੂੰ ਬੀਜੇਪੀ ਨੂੰ ਰੋਕਣਾ ਪੈਣਾ, ਐਂਡ ਉਹਨੂੰ ਰੋਕਣਾ ਜ਼ਰੂਰੀ ਹੈ। ਅਸੀਂ ਰੋਕ ਕੇ ਦਿਖਾਵਾਂਗੇ। ਗਰੇਵਾਲ ਸਾਹਿਬ, ਇੱਕ ਮੈਂ ਮਾਫੀ ਮੰਗਦਾ ਹੋਇਆ ਸਵਾਲ ਪੁੱਛ ਰਿਹਾ ਤੁਹਾਨੂੰ। ਗਰੇਵਾਲ ਸਾਹਿਬ, ਪਤਾ ਨਹੀਂ ਕਿਉਂ ਮੇਰੇ ਦਿਮਾਗ ਵਿੱਚ ਇਹ ਸਵਾਲ ਆ ਗਿਆ। ਗਰੇਵਾਲ ਸਾਹਿਬ, ਜੇ ਤਸਵੀਰਾਂ ਲੱਗ ਜਾਂਦੀਆਂ, ਇਹਨੂੰ ਸਰ ਸਾਰੇ ਧਾਰਮਿਕ ਸਥਾਨਾਂ ਤੇ ਟੇਕਿਆ ਜਾ ਸਕਦਾ? ਗਰੇਵਾਲ ਸਾਹਿਬ, ਕੇਪੀ ਜੀ ਮੈਂ ਪਰਸਨਲੀ ਮੈਂ ਧਾਰਮਿਕ ਸਥਾਨਾਂ ਤੇ ਪੈਸੇ ਟੇਕਣ ਦੇ ਹੱਕ 'ਚ ਹੀ ਮੈਂ ਪਰਸਨਲੀ ਆਪਣੇ ਮੇਰੇ ਲਈ ਸਵਾਲ ਖੜਾ ਹੋਊਗਾ। ਗਰੇਵਾਲ ਸਾਹਿਬ, ਸਵਾਲ ਇਹ ਵੀ ਖੜਾ ਹੋਊਗਾ, ਮੈਨੂੰ ਲੋਕ ਕਹਿਣਗੇ ਤੂੰ ਪਰਸ ਪਿਛਲੀ ਪਾਕਟ ਵਿੱਚ ਕਿਉਂ ਰੱਖਦਾ ਹੈ, ਇਹ ਜੇ ਫੋਟੋ ਦੇਵੀ ਦੇਵਤਾ ਦੀ, ਮੈਂ ਕੀ ਜਵਾਬ ਦਊਂਗਾ? ਦੱਸੋ ਮੈਨੂੰ। ਉਹ ਸਰ ਲੋਕ ਤਾਂ ਇਸ ਗੱਲ ਤੇ ਵੀ ਅਫੈਂਡ ਹੋ ਗਏ ਸੀ। ਵਿਚਾਰਾ ਇੱਕ ਜਮਾਦਾਰ, ਤੁਹਾਨੂੰ ਯਾਦ ਆ, ਨੌਕਰੀ ਚੋਂ ਕੱਢਤਾ ਸੀਗਾ ਕਿ ਮੋਦੀ ਜੀ ਤੇ ਯੋਗੀ ਜੀ ਦੀ ਜਿਹੜੀ ਫੋਟੋ ਸੀਗੀ ਡਬਲ ਇੰਜਨ ਵਾਲੀ, ਉਹ ਵਿਚਾਰਾ ਕੂੜੇ 'ਚ ਚੱਕੀ ਲਈ ਜਾਂਦਾ ਸੀ। ਲੋਕ ਤਾਂ ਉਹਨੂੰ ਵੀ ਛੱਡੀ ਜਾਂਦੇ ਆ। ਭਗਤੀ ਕੌਣ ਕਰਦਾ? ਖੜਿਆਲ ਸਾਹਿਬ, ਇਹ ਭਗਤੀ ਹੈ, ਇਹ ਸ਼ਕਤੀ ਹੈ। ਖੜਿਆਲ ਸਾਹਿਬ, ਐਵੇਂ ਪੋਲਿਟਿਕਸ ਨਾ ਕਰੋ, ਉਹਨਾਂ ਦਾ ਏਜੰਡਾ ਸਮਝੋ। ਇਹ ਭਗਤੀ ਦੇ ਜ਼ਰੀਏ ਸ਼ਕਤੀ ਦੇਣੀ ਹੈ ਰੁਪਏ ਨੂੰ। ਖੜਿਆਲ ਸਾਹਿਬ, ਲਾਸਟ ਕਮੈਂਟ ਫਟਾਫਟ ਪਲੀਜ਼। ਕੇਪੀ ਜੀ, ਪੁਆਇੰਟ ਬੜਾ ਜ਼ਰੂਰੀ ਸੀਗਾ ਜੋ ਤੁਸੀਂ ਕਿਹਾ ਸੀ। ਤੁਸੀਂ ਮੈਂ ਜਿਹੜਾ ਸ਼ੁਰੂਆਤ ਸਵਾਲ ਪੁੱਛਿਆ ਸੀ ਨਾ ਵੀ ਕੀ ਇਹਦੇ ਲਈ ਤੁਸੀਂ ਕਹਿੰਦੇ ਹੋ ਡੀਮੋਨੇਟਾਈਜੇਸ਼ਨ ਹੋਵੇ ਕਿ ਨਾ ਹੋਵੇ? ਕਿਉਂਕਿ ਮੈਂ ਦੱਸਿਆ ਨੋਟ ਇੱਕ ਸਮਾਨ ਹੋ ਸਕਦੇ ਆ, ਨੋਟ ਅੱਡ ਹੋ ਨਹੀਂ ਸਕਦੇ। ਸੋ ਜਾਂ ਤਾਂ ਇਹਨਾਂ ਨੂੰ ਡੀਮੋਨੇਟਾਈਜੇਸ਼ਨ ਸੁਜੈਸਟ, ਇਹਨਾਂ ਨੂੰ ਪਲਾਨ ਆਫ ਐਕਸ਼ਨ ਸੁਜੈਸਟ ਕਰਨਾ ਚਾਹੀਦਾ ਹੈ। ਅੱਧੀ ਅਧੂਰੀ ਗੱਲ ਕਿਉਂ ਕਰਦੇ ਹੋ ਬਈ? ਜੇ ਤੁਸੀਂ ਕਹਿ ਰਹੇ ਹੋ ਸੈਂਟਰ ਨੂੰ ਵੀ ਤੁਸੀਂ ਨੋਟਾਂ ਦੇ ਫੋਟੋ ਲਾਓ ਤੇ ਪਲਾਨ ਆਫ ਐਕਸ਼ਨ ਸੁਜੈਸਟ ਕਰੋ, ਉਹ ਸੁਜੈਸਟ ਤਾਂ ਨਹੀਂ ਨਾ ਕੀਤਾ ਕੇਪੀ ਜੀ, ਕਿਉਂਕਿ ਮਨਸ਼ਾ ਤਾਂ ਇਹ ਸਟੇਟਮੈਂਟ ਨੂੰ ਯੂਜ਼ ਕਰਨ ਦੀ ਹੈ। ਗੁਜਰਾਤ ਦੇ ਵਿੱਚ ਵੋਟਾਂ ਲਈ, ਹਿਮਾਚਲ ਦੇ ਵਿੱਚ ਵੋਟਾਂ ਲਈ ਇਹ ਸਟੇਟਮੈਂਟ ਨੂੰ ਇੰਪਲੀਮੈਂਟ ਕਰਨ ਲਈ ਨਹੀਂ ਹੈ ਮਨਸ਼ਾ। ਨਹੀਂ ਤਾਂ ਇਹ ਦੱਸਦੇ ਡਿਬੇਟ ਦੇ ਵਿੱਚ ਤੁਸੀਂ ਪੁੱਛ ਲਿਆ, ਮੈਂ ਪੁੱਛ ਲਿਆ, ਸਾਰਿਆਂ ਨੇ ਪੁੱਛ ਲਿਆ, ਜਵਾਬ ਨਹੀਂ ਦਿੱਤਾ ਵੀ ਇਹਨੂੰ ਕਿਵੇਂ ਇੰਪਲੀਮੈਂਟ ਕਰਾਂਗੇ। ਤੇ ਦੂਜੀ ਗੱਲ, 2 ਸਵਾਲ ਹੈ, ਮੈਂ ਫਿਰ ਤੋਂ ਰਿਪੀਟ ਕਰਦਾ, ਇਹਦੇ ਲਈ ਨੋਟਬੰਦੀ ਕਰੋਗੇ ਜਾਂ ਨਹੀਂ ਕਰੋਗੇ? ਕਿਉਂਕਿ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਇਹ ਦੇਸ਼ ਦਾ ਸਭ ਤੋਂ ਵੱਡਾ ਸਕੈਮ ਹੈ ਜਦੋਂ ਬੀਜੇਪੀ ਨੇ ਕੀਤਾ ਸੀਗਾ। ਤੇ ਉਹ ਇਹ ਵੀ ਕਿਹਾ ਸੀਗਾ ਡੀਮੋਨੇਟਾਈਜੇਸ਼ਨ ਤਾਂ ਕੀਤੀ ਗਈ ਤਾਂ ਕਿ ਆਪਦੇ ਫੇਲਿਅਰਸ ਲਗਾ ਸਕਣ, ਤੇ ਪੋਲਿਟਿਸਾਈਜੇਸ਼ਨ ਕੀਤੀ ਇਸ ਮੁੱਦੇ ਦੀ ਆਮ ਆਦਮੀ ਪਾਰਟੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਰਹੀ ਹੈ ਤੇ ਬੀ ਟੀਮ ਉਹਨਾਂ ਦੀ ਨੰਬਰ 2। ਇਹਨਾਂ ਨੂੰ ਇਹ ਗੱਲ ਜਿਹੜਾ ਸਵਾਲ ਕੇਪੀ ਜੀ ਤੁਸੀਂ ਪੁੱਛਿਆ ਸੀਗਾ ਵੀ ਕੀ ਸਾਰੇ ਧਾਰਮਿਕ ਸਥਾਨਾਂ ਤੇ ਬੰਦਾ ਉਹ ਪੈਸੇ ਰੱਖ ਸਕੂਗਾ, ਬੰਦਾ ਬੇਸਿਕਲੀ ਉਹ ਪੈਸਾ ਜਿਹੜਾ ਹੈ ਹਰੇਕ ਧਾਰਮਿਕ ਸਥਾਨ ਤੇ ਲੈ ਕੇ ਜਾ ਸਕੂਗਾ, ਉੱਥੇ ਵਰਸ਼ਿਪ ਕਰ ਸਕੂਗਾ, ਉੱਥੇ ਮੇਕ ਸ਼ੋਰ ਕਰ ਸਕੂ, ਕੰਟਰੀਬਿਊਟ ਕਰ ਸਕੇ। ਤੇ ਆਮ ਆਦਮੀ ਪਾਰਟੀ ਇਹ ਗੱਲ ਦੱਸੇ ਸਭ ਤੋਂ ਜ਼ਰੂਰੀ ਕਿ ਅੱਜ ਤੱਕ ਚੁੱਪ ਕਿਉਂ ਰਹੇ, ਅੱਜ ਤੱਕ ਇਹਦਾ ਜ਼ਿਕਰ ਕਿਉਂ ਨਹੀਂ ਕਦੇ ਵੀ ਕੀਤਾ, ਤੇ ਕਿਉਂ ਨਾ ਇਹਨੂੰ ਕਹੀਏ ਵੀ ਤੁਸੀਂ ਜਮਾ ਐਂਡ ਟਾਈਮ ਤੇ ਜਦੋਂ ਇਲੈਕਸ਼ਨ ਸਿਰ ਤੇ ਆ ਗਏ ਤੇ ਉਦੋਂ ਕਰ ਰਹੇ ਹੋ? ਠੀਕ ਹੈ। ਹਾਂ ਮਿਸਟਰ ਕਮਲਜੀਤ, ਮੈਂ ਇੰਨੀ ਗੱਲ ਕਹਿਣਾ ਚਾਹੁੰਦਾ ਕਿਉਂਕਿ ਸਾਰੇ ਆਪਣੇ ਪੋਲੀਟੀਕਲ ਪੁਆਇੰਟ ਜਿਹੜੇ ਨੇ ਉਹ ਰਿਪੀਟ ਕਰਦੇ ਜਾ ਰਹੇ ਨੇ। ਮੈਨੂੰ ਲੱਗਦਾ ਕਿ ਇਸੇ ਚੱਕਰ ਦੇ ਵਿੱਚ ਸਾਡਾ ਬੇਰੁਜ਼ਗਾਰੀ ਦਾ ਸਵਾਲ ਨਾ ਰਹਿ ਜਾਵੇ ਕਿਤੇ, ਇਸੇ ਚੱਕਰ ਦੇ ਵਿੱਚ ਸਾਡੀ ਕਿਸਾਨੀ ਜਿਹੜੀ ਫਾਹੇ ਲੈ ਕੇ ਮਰ ਰਹੀ ਹੈ ਉਹਨਾਂ ਹੀ ਨੋਟਾਂ ਦੇ ਚੱਕਰ ਦੇ ਵਿੱਚ, ਕਿਉਂਕਿ ਨੋਟ ਕਿਸੇ ਦੀ ਜੇਬ ਦੇ ਵਿੱਚ ਨਹੀਂ ਹੈ। ਬਾਜ਼ਾਰ ਭਰੇ ਪਏ ਨੇ, ਦੀਵਾਲੀ ਲੰਘ ਕੇ ਗਈ ਹੈ, ਬਾਜ਼ਾਰ ਭਰੇ ਪਏ ਨੇ, ਲੋਕਾਂ ਨੇ
ਇਸ ਵਾਰੀ ਆਪਣੇ ਬੱਚਿਆਂ ਨੂੰ ਮਿਠਾਈਆਂ ਨਹੀਂ ਲੈ ਕੇ ਦੇ ਸਕੇ ਐਸੇ ਪਰਿਵਾਰ ਨੇ ਹਿੰਦੁਸਤਾਨ 'ਚ, ਐਸੇ ਪਰਿਵਾਰ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਕੋਈ ਗੱਲ ਕਰਦਾ, ਉਹਨਾਂ ਦੇ ਉੱਤੇ ਕੋਈ ਰਾਜਨੀਤੀ ਕਰਦਾ, ਉਹਦੇ ਉੱਤੇ ਕੋਈ ਆਪਣਾ ਏਜੰਡਾ ਰੱਖਦਾ ਵੀ ਅਸੀਂ ਇਹਨੂੰ ਕਿਵੇਂ ਠੀਕ ਕਰ ਦਿਆਂਗੇ, ਕਿਵੇਂ ਲੋਕਾਂ ਦੀ ਜੇਬ ਦੇ ਵਿੱਚ ਪੈਸਾ ਆ ਜਾਊਗਾ, ਕਿਵੇਂ ਰੁਜ਼ਗਾਰ ਮਿਲ ਜਾਊਗਾ, ਕਿਵੇਂ ਮਹਿੰਗਾਈ ਘੱਟ ਹੋ ਜਾਊਗੀ, ਇਹਦੇ ਤੇ ਕੋਈ ਗੱਲ ਕਰਦਾ, ਮੈਨੂੰ ਲੱਗਦਾ ਉਹ ਲੋਕਾਂ ਨੂੰ ਜ਼ਿਆਦਾ ਸੋਹਣੀ, ਜ਼ਿਆਦਾ ਵੱਡੀ ਡਿਬੇਟ ਉਹਦੇ ਤੇ ਹੋ ਸਕਦੀ ਸੀ। ਲੇਕਿਨ ਕਿਉਂਕਿ ਉਸ ਡਿਬੇਟ ਦੇ ਵਿੱਚ ਇਹਨਾਂ ਕੋਲ ਅਲੱਗ ਤੋਂ ਪੁਆਇੰਟ ਕੋਈ ਨਹੀਂ ਹੈਗਾ, ਨਾ ਕੇਜਰੀਵਾਲ ਸਾਹਿਬ ਕੋਲ, ਨਾ ਕਾਂਗਰਸ ਕੋਲ, ਨਾ ਭਾਰਤੀ ਜਨਤਾ ਪਾਰਟੀ ਕੋਲ, ਇਹ ਤਿੰਨੋਂ ਇਸ ਮਾਮਲੇ ਦੇ ਉੱਤੇ ਕਾਰਪੋਰੇਟ ਘਰਾਣੇ ਏਜੰਡਾ, ਜਿਹੜਾ ਅਮਰੀਕਾ ਚਲਾਉਂਦਾ ਏਜੰਡਾ, ਉਸ ਏਜੰਡਾ ਦੇ ਗੁਲਾਮ ਨੇ। ਇਹ ਲੋਕਾਂ ਦਾ ਏਜੰਡਾ ਨਹੀਂ ਲਿਆ ਸਕਦੇ। ਇਹ ਲੋਕਾਂ ਦਾ ਜਿਹੜਾ ਏਜੰਡਾ ਹੈ ਉਹ ਲਗਾਤਾਰ ਦੂਰ ਚਲਾ ਜਾਂਦਾ ਰਹੇਗਾ। ਅੱਜ ਇੰਨੀ ਦੂਰ ਚਲਾ ਗਿਆ ਕਿ ਅੱਜ ਪਿਓਰਲੀ ਫੋਟੋਆਂ ਦੇ ਉੱਤੇ ਡਿਬੇਟ ਕਰਕੇ ਰਾਜਨੀਤੀ ਕੀਤੀ ਜਾ ਰਹੀ ਹੈ। ਕਮਲ ਜੀ, ਮੇਰਾ ਇੱਕ ਸਵਾਲ ਹੋ ਰਿਹਾ, ਡਿਮਾਂਡ ਤੇ ਸਪਲਾਈ ਵਿੱਚ ਹਮੇਸ਼ਾ ਫਰਕ ਰਹਿੰਦਾ। ਬਿਲਕੁਲ ਰਹਿੰਦਾ। ਜਦੋਂ ਕਿਸੇ ਕੋਲੇ ਇਹ ਦੇਵੀ ਦੇਵਤਿਆਂ ਦੀ ਫੋਟੋ ਵਾਲਾ ਨੋਟ ਹੋਊਗਾ, ਸ਼ਾਇਦ ਬਹੁਤੇ ਲੋਕ ਤੁਹਾਨੂੰ ਖਰਚਣ ਤੋਂ ਵੀ ਗਰੇਜ ਕਰਨਗੇ। ਇਹ ਵੀ ਹੋ ਸਕਦਾ ਹੈ। 786 ਨੰਬਰ ਵਾਲਾ ਨੋਟ ਲੋਕੀ ਹਲੇ ਵੀ ਸਾਂਭਦੇ ਨੇ, ਹਲੇ ਵੀ ਉਸ ਨੋਟ ਨੂੰ ਖਰੀਦਣ ਤੱਕ ਦੀ ਗੱਲਾਂ ਕਿਤੇ ਲੋਕ ਚਾਹੁੰਦੇ ਤਾਂ ਨਹੀਂ ਲੋਕ ਖਰੀਦਦਾਰੀ ਨਾ ਕਰਨ, ਇਹ ਲੋਕਾਂ ਕੋਲੇ ਪਾਵਰ ਹੀ ਨਾ ਆਵੇ, ਕਿਤੇ ਲੋਕ ਤਾਂ ਨਹੀਂ ਇਹ ਚਾਹੁੰਦੇ। ਮਤਲਬ ਕੁਝ ਵੀ ਹੋ ਸਕਦਾ, ਲੇਕਿਨ ਮੈਨੂੰ ਲੱਗਦਾ ਜਿਹੜੀ ਮੇਨ ਗੱਲ ਹੈਗੀ ਉਹ ਹੀ ਹੈਗੀ ਹੈ ਕਿ ਇਹ ਜਿਹੜੀ ਅਸਲੀ ਮੁੱਦਾ ਹੈ ਪੋਲਿਟਿਕਸ ਦੇ ਵਿੱਚੋਂ ਗਾਇਬ ਕਰਕੇ ਧਰਮ ਦੇ ਉੱਤੇ ਰਾਜਨੀਤੀ ਕਰਨਾ ਚਾਹੁੰਦੇ ਨੇ। ਧਰਮ ਨੂੰ ਲੋਕਾਂ ਵਾਸਤੇ ਰਹਿਣ ਦਿਓ, ਹੱਥ ਬੰਨ ਕੇ ਸਾਡੀ ਬੇਨਤੀ ਹੈ, ਧਰਮ ਨੂੰ ਲੋਕੀ ਆਪ ਸਾਂਭ ਲੈਣਗੇ। ਆਪਣੇ ਧਰਮ ਨੂੰ ਲੋਕ ਸਦੀਆਂ ਤੋਂ ਸਾਂਭਦੇ ਆਏ ਨੇ, ਸਾਂਭ ਲੈਣਗੇ। ਤੁਸੀਂ ਅਰਥ ਵਿਵਸਥਾ ਸਾਂਭੋ, ਤੁਸੀਂ ਦੇਸ਼ ਦੀ ਰਾਜਨੀਤੀ ਸਾਂਭੋ, ਤੁਸੀਂ ਦੇਸ਼ ਦਾ ਰੁਜ਼ਗਾਰ ਦੇਖੋ ਕਿੱਥੋਂ ਜਾਂਦਾ, ਉਹਦੇ ਤੇ ਗੱਲ ਕਰੋ। ਲੋਕੇਸ਼ ਨਾਰਾਇਣ ਸਾਹਿਬ, ਇਹ ਧਰਮ ਦੇ ਨਾਂ ਤੇ ਰਾਜਨੀਤੀ, ਇਹੀ ਗੁਜਰਾਤ ਮਾਡਲ ਦੇਸ਼ ਦੇ ਵਿੱਚ ਪ੍ਰਚਾਰਿਆ ਜਾਊਗਾ ਸਰ? ਦੇਖੋ ਕੇਪੀ ਜੀ, ਇਹ ਤਾਂ ਕੇਜਰੀਵਾਲ ਸਾਹਿਬ ਨੇ ਨੁਕਤਾਚੀਨੀ ਕੀਤੀ ਹੈ, ਜੋ ਵੀ ਕੀਤੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ। ਗੁਜਰਾਤ ਦਾ ਵਿਕਾਸ ਹੋ ਰਿਹਾ ਤਾਂ ਹੀ ਉੱਥੋਂ 27 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ। ਕਿਉਂਕਿ ਮੈਂ ਆਪਣੇ ਜਿਹੜੇ ਕਮਿਊਨਿਸਟ ਪਾਰਟੀ ਜਿਹਦੇ ਨਾਲ ਸੁਣ ਰਿਹਾ ਸੀਗਾ, ਪਰ ਜੇ ਲੋਕਤੰਤਰ ਦੇ ਵਿੱਚ ਲੋਕ ਤੁਹਾਡੇ ਕੀਤੇ ਹੋਏ ਕੰਮ ਨੂੰ, ਵਿਕਾਸ ਨੂੰ ਦੇਖ ਕੇ ਵੋਟ ਪਾਉਂਦੇ ਨੇ, ਤਾਂ ਭਾਈ ਸਾਹਿਬ ਉਹੀ ਲੋਕਤੰਤਰ ਹੁੰਦਾ ਹੈ, ਉਹੀ ਲੋਕਾਂ ਦਾ ਨੇਤਾ ਹੁੰਦਾ ਹੈ। ਦੂਰ ਬੈਠ ਕੇ ਭਾਸ਼ਣ ਦੇਣਾ, ਕਿਸੇ ਦੀ ਨਿਖੇਧੀ ਕਰਨਾ ਬੜਾ ਆਸਾਨ ਹੁੰਦਾ ਹੈ। ਪਰ ਲਾਸਟ ਜਿਹੜਾ ਅੱਜ ਦਾ ਟੌਪਿਕ ਹੈ ਕੇਪੀ ਜੀ, ਆਪਾਂ ਸਭ ਜਾਣਦੇ ਆ ਕਿ ਕੇਜਰੀਵਾਲ ਸਾਹਿਬ ਦੇ ਕੋਲ ਹੋਰ ਕੋਈ ਰਸਤਾ ਨਹੀਂ ਸੀ, ਤਾਂ ਉਹਨਾਂ ਨੇ ਕਿਹਾ ਚਲੋ ਗੁਜਰਾਤ ਇਲੈਕਸ਼ਨ ਦੇ ਵਿੱਚ ਇਹੋ ਜਿਹਾ ਕਾਰਡ। ਨਾਰਾਇਣ ਸਾਹਿਬ ਇੱਕ ਸਵਾਲ ਕਰ ਲਾ, ਕਮਲ ਜੀ ਨੇ ਪਹਿਲੇ ਕਿਹਾ ਆਪਾਂ ਰੈਪੀਟੇਸ਼ਨ ਕਰਦੇ ਪਏ, ਇੱਕ ਸਵਾਲ ਕਰ ਲਾ ਨਿਕੇਸ਼ ਨਾਰਾਇਣ ਸਾਹਿਬ। ਮੈਨੂੰ ਲੱਗਦਾ ਇੱਕ ਗੱਲ ਇਹ ਵੀ ਵਿੱਚ ਕੇਪੀ ਜੀ ਮੈਂ ਇੰਟਰਵੈਂਸ਼ਨ ਕਰ ਰਿਹਾ ਕਿ ਡੈਮੋਕ੍ਰੇਸੀ ਰਹਿਣ ਕਿੱਥੇ ਦਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ? ਹੈਗੀ ਹੈ ਜਮਹੂਰੀਅਤ ਬਚੀ ਹੈ ਦੇਸ਼ ਦੇ ਵਿੱਚ, ਡੈਮੋਕ੍ਰੇਸੀ, ਲੋਕਤੰਤਰ ਹੈਗਾ। ਲੋਕਾਂ ਨੂੰ ਇਹ ਸ਼ੱਕ ਹੈ ਕਿ ਈਵੀਐਮ ਤੁਸੀਂ ਹੈਕ ਕਰਦੇ ਹੋ, ਲੋਕਾਂ ਨੂੰ ਇਹ ਸ਼ੱਕ ਹੈ ਕਿ ਤੁਸੀਂ ਪੈਸੇ ਦੇ ਨਾਲ ਵੋਟ ਖਰੀਦਦੇ ਹੋ, ਲੋਕਾਂ ਨੂੰ ਇਹ ਸ਼ੱਕ ਹੈ ਕਿ ਤੁਸੀਂ ਜਦੋਂ ਸਾਰਾ ਦੇਸ਼ ਕੋਵਿਡ ਦੀ ਮਾਰ ਚੱਲ ਰਿਹਾ ਸੀ, ਭੁੱਖਾ ਮਰ ਰਿਹਾ ਸੀ, ਬਿਮਾਰੀ ਨਾਲ ਮਰ ਰਿਹਾ ਸੀ, ਉਸ ਵੇਲੇ ਤੁਹਾਡੇ ਜਿਹੜੇ ਬਿਲੀਨੀਅਰ ਬਣ ਰਹੇ ਸੀ, ਉਸ ਵੇਲੇ ਅੰਬਾਨੀ ਅਡਾਨੀ ਅਮੀਰ ਹੋ ਰਹੇ ਸੀ। ਲੋਕੇਸ਼ ਨਾਰਾਇਣ ਸਾਹਿਬ, ਇਸ ਦਾ ਕੀ ਜਵਾਬ ਹੈ? ਕਿਹੜਾ ਲੋਕਤੰਤਰ ਇਹ ਅਲਾਉ ਕਰ ਸਕਦਾ ਹੈ? ਬੋਲੋ, ਫਟਾਫਟ ਬੋਲੋ ਪਲੀਜ਼। ਕਿਹੜਾ ਲੋਕਤੰਤਰ ਇਸ ਨੂੰ ਅਲਾਉ ਕਰਦਾ ਹੈ? ਜਦੋਂ ਲੋਕ ਭੁੱਖੇ ਮਰ ਰਹੇ ਹੋਣ, ਉਦੋਂ ਅਡਾਨੀ ਅੰਬਾਨੀ ਅਮੀਰ ਹੋ ਰਹੇ ਹੋਣ। ਹਾਂ ਬੋਲੋ, ਕਮਲ ਜੀ ਦਾ ਜਵਾਬ ਦੇਣਾ ਚਾਹੁੰਦੇ ਹੋ? ਕਮਲ ਜੀ ਦੀ ਗੱਲ ਤਾਂ ਹੀ ਮੈਂ ਜਵਾਬ ਦੇ ਰਿਹਾ ਵਾਂ ਕਿ ਲੋਕਤੰਤਰ ਦੇ ਵਿੱਚ ਜਿਹੜੀ ਪ੍ਰਜਾ ਦੀ ਸ਼ਕਤੀ ਆ, ਉਹ ਸ਼ਕਤੀ ਸਰਵੋਪਰੀ ਹੁੰਦੀ ਹੈ। ਉਹ ਜਦੋਂ ਸ਼ਕਤੀ ਤੁਹਾਨੂੰ ਚੁਣ ਕੇ ਭੇਜਦੀ ਹੈ, ਬਾਰ-ਬਾਰ ਜਿਤਾ ਕੇ ਭੇਜਦੀ ਹੈ, ਇਹ ਗੱਲਾਂ, ਇਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨਾ ਤੁਸੀਂ ਕਰੋ ਕਿ ਵੋਟਾਂ ਖਰੀਦੀਆਂ ਗਈਆਂ। ਅੱਗੇ ਕਾਂਗਰਸ ਵੀ ਇਹ ਗੱਲਾਂ ਕਰਦੀ ਸੀ, ਅਖਿਲੇਸ਼ ਯਾਦਵ। ਚਲੋ ਆਪਾਂ ਨਵੇਂ ਜ਼ਮਾਨੇ ਦੀ ਗੱਲ ਕਰ ਲੈਣੇ। ਨਾਰਾਇਣ ਸਾਹਿਬ, ਜਿਹੜੀ ਤੁਹਾਨੂੰ ਸੂਟ ਕਰਦੀ ਹੈ, ਤੁਹਾਡੀਆਂ ਧਾਰ, ਇੱਕ ਮਿੰਟ ਸੁਣ ਲਓ ਨਾ, ਸਵਾਲ ਸੁਣ ਲਓ, ਜਾਂਦੇ ਸਵਾਲ ਸੁਣ ਲਓ, ਆਖਰੀ ਸਵਾਲ ਸੁਣ ਲਓ ਨਾ, ਹੁਣ ਸੁਣ ਲਓ ਜਵਾਬ ਉਹਨਾਂ ਦਾ। ਆਈਟੀ ਸੈੱਲ ਨਹੀਂ ਚੱਲਦੇ ਬੀਜੇਪੀ ਦੇ, ਕਰੋੜਾਂ ਰੁਪਈਆ ਖਰਚ ਕੇ ਆਈਟੀ ਸੈੱਲ ਮੀਡੀਆ ਨੂੰ ਨਹੀਂ ਕਰੋੜਾਂ ਰੁਪਈਆ ਫੰਡ ਦੀ ਬੀਜੇਪੀ। ਉਹਨਾਂ ਨੂੰ ਵਿੱਚ ਨਹੀਂ ਬੋਲਣ ਅਲਾਉ ਕਰ ਰਹੇ ਹੋ। ਹਾਂ ਬੋਲੋ ਉਹਨਾਂ ਨੂੰ ਵਿੱਚ ਅਲਾਉ ਕਰ ਰਹੇ ਹੋ। ਬੋਲੋ ਨਾਰਾਇਣ ਸਾਹਿਬ, ਬੋਲੋ ਨਾ, ਬੋਲੋ। ਮੈਂ ਕਹਿ ਰਿਹਾ ਕਿ ਲੋਕਤੰਤਰ ਦੇ ਵਿੱਚ ਜਨਤਾ ਜਿਹਨੂੰ ਚੁਣ ਕੇ ਭੇਜਦੀ ਆ, ਉਹੀ ਸਰਵੋਪਰੀ ਹੁੰਦਾ। ਲੋਕਾਂ ਨੇ ਇਹਨਾਂ ਸਭ ਦੀ ਨੋਟੰਕੀ ਦੇਖੀ ਆ। ਕੇਜਰੀਵਾਲ ਸਾਹਿਬ ਜਿੰਨੀ ਮਰਜ਼ੀ ਨੋਟੰਕੀ ਕਰ ਲੈਣ, ਤੁਹਾਡੇ ਧਾਰਮਿਕ ਭਾਵਨਾਵਾਂ ਆਹਤ ਤਾਂ ਨਹੀਂ ਹੋਈਆਂ ਕੇਜਰੀਵਾਲ ਸਾਹਿਬ ਦੇ ਇਸ ਬਿਆਨ ਨਾਲ? ਨਾਰਾਇਣ ਸਾਹਿਬ, ਦੇਖੋ ਸਾਡੀ ਕੋਈ ਧਾਰਮਿਕ ਭਾਵਨਾਵਾਂ ਆਹਤ ਨਹੀਂ ਹੋਈਆਂ, ਪਰ ਕੇਜਰੀਵਾਲ ਸਾਹਿਬ ਚਲੋ ਬਹੁਤ ਧੰਨਵਾਦ ਲక్ష్ਮੀ ਦੇ ਝਾੜੂ ਫਿਰ ਇਹਨੂੰ ਕਹਿੰਦੇ ਸੀ ਉਸੇ ਲక్ష్ਮੀ ਦੀ। ਬਹੁਤ ਧੰਨਵਾਦ ਤੁਹਾਡਾ ਖੜਿਆ ਸੀ, ਤੁਹਾਡਾ ਧੰਨਵਾਦ ਕਮਲ ਜੀ, ਤੁਹਾਡਾ ਧੰਨਵਾਦ ਸਾਰਿਆਂ ਦਾ, ਬਹੁਤ ਧੰਨਵਾਦ। ਕੇਜਰੀਵਾਲ ਨੂੰ ਕਰੰਸੀ ਆਈਡੀਆ ਕਿੱਥੋਂ ਆਇਆ ਮੈਨੂੰ ਨਹੀਂ ਪਤਾਗਾ, ਪਰ ਜਿਹੜੇ ਡਿਬੇਟ ਕਰਦੇ ਆ, ਜਿਹੜੇ ਪ੍ਰਾਈਮ ਟਾਈਮ ਚਲਾਉਂਦੇ ਇਹਨਾਂ ਮੁੱਦਿਆਂ ਤੇ, ਉਹ ਅਰਥ ਵਿਵਸਥਾ ਦੇ ਮੁੱਦਿਆਂ ਨੂੰ ਛੱਡ ਕੇ ਜੇ ਧਰਮ ਦੇ ਮੁੱਦੇ ਤੇ ਬਹਿਸ ਕਰਦੇ ਪਿਆ, ਇਹਦਾ ਮਤਲਬ ਅਰਥ ਵਿਵਸਥਾ ਦੇ ਮੁੱਦੇ ਤੇ ਉਹ ਵੀ ਬਹਿਸ ਨਹੀਂ ਚਾਹੁੰਦੇ, ਜਿਵੇਂ ਸਿਆਸਤਦਾਨ ਨਹੀਂ ਚਾਹੁੰਦੇ। ਬਹੁਤ ਧੰਨਵਾਦ।